Please subscribe to our YouTube channel and press the bell icon for the latest updates. ਇਨਾਂ ਦੇ ਰਾਹ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਸਿਰਨਾਵੇਂ। ਸਾਡੇ ਪਿਆਰੇ ਦੋਸਤੋ, ਅੱਜ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਜਿਹੜੇ ਸਾਡੇ ਅੰਬਰਾਂ ਦੇ ਸਰਨਾਵੇਂ ਮਨਦੀਪ ਕੌਰ ਟਾਂਗਰਾ ਦੇ ਸ਼ੋਅ 'ਚ ਜਿਹੜੇ ਸਾਡੇ ਮਹਿਮਾਨ ਆਏ ਨੇ, ਬਲਵਿੰਦਰ ਚਾਹਲ ਯੂਕੇ ਤੋਂ। ਅਸੀਂ 13 ਸਾਲ ਇਟਲੀ ਇਕੱਠੇ ਗੁਜ਼ਾਰੇ ਪੱਤਰਕਾਰੀ ਕਰਦਿਆਂ, ਔਰ ਇਹਨਾਂ ਨੇ ਇੱਕ ਕਿਤਾਬ ਲਿਖੀ ਇਟਲੀ 'ਚ ਸਿੱਖ ਫੌਜੀ, ਬੜੀ ਖੋਜ ਭਰਪੂਰ ਪੁਸਤਕ ਆ ਜਿਹਦਾ ਅਨੁਵਾਦ ਹਿੰਦੀ 'ਚ ਵੀ ਹੋਇਆ ਤੇ ਅੰਗਰੇਜ਼ੀ 'ਚ ਵੀ ਹੋਇਆ। ਪੂਰੇ ਵਰਲਡ ਵਿੱਚ ਚਰਚਿਤ ਕਿਤਾਬ ਆ। ਅੱਜ ਉਹ ਕਿਤਾਬ ਵੀ ਸਾਡੇ ਕੋਲ ਪਈ ਆ। ਉਹ ਪੰਜਾਬ ਫੇਰੀ 'ਤੇ ਆਏ ਨੇ ਭਾਰਤ 'ਚ, ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਸਬੱਬ ਬਣਿਆ। ਬਲਵਿੰਦਰ ਚਾਹਲ ਜੀ, ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਸਵਾਗਤ। ਧੰਨਵਾਦ ਵਿਸ਼ਾਲ ਜੀ, ਬਹੁਤ ਬਹੁਤ। ਮੈਂ ਤੁਹਾਡਾ ਵੀ ਧੰਨਵਾਦੀ ਤੇ ਮਨਦੀਪ ਜੀ ਦਾ ਧੰਨਵਾਦੀ ਜਿਨ੍ਹਾਂ ਨੇ ਅੰਬਰਾਂ ਦੇ ਸਰਨਾਮੇ ਪ੍ਰੋਗਰਾਮ ਦੇ ਜ਼ਰੀਏ ਮੈਨੂੰ ਤੁਹਾਡੇ ਸਾਰੇ ਦਰਸ਼ਕਾਂ ਦੇ ਨਾਲ ਮਿਲਣ ਦਾ ਮੌਕਾ ਇੱਕ ਸਬੱਬ ਬਣਾਇਆ। ਬਲਵਿੰਦਰ ਜੀ, ਗੱਲ ਆਪਾਂ ਸ਼ੁਰੂ ਕਰਦੇ ਹਾਂ। ਇਸ ਵੇਲੇ ਤੇ ਪਿਛਲੇ 20 ਸਾਲ ਤੋਂ ਤੁਹਾਡਾ ਪੂਰੇ ਯੂਰਪ 'ਚ ਮਤਲਬ ਤੁਹਾਡੀਆਂ ਲਿਖਤਾਂ ਵੱਖ-ਵੱਖ ਪੰਜਾਬੀ ਅਖਬਾਰਾਂ ਦੇ ਵਿੱਚ ਛਪਦੀਆਂ। ਪੱਤਰਕਾਰੀ ਖੇਤਰ ਦੇ ਵਿੱਚ, ਮਿਆਰੀ ਪੱਤਰਕਾਰੀ ਖੇਤਰ ਦੇ ਵਿੱਚ ਤੁਹਾਡਾ ਬਹੁਤ ਇੱਕ ਵੱਡਾ ਨਾਮ ਬਲਵਿੰਦਰ ਚਾਹਲ ਦਾ। ਜਰਮਨ ਤੋਂ ਨਿਕਲਦੀ ਅਖਬਾਰ ਚਿੰਡੋਟਾਲੀਅਨ ਟਾਈਮ ਲਈ, ਹੋਰਨਾਂ ਵਿਦੇਸ਼ੀਆਂ ਭਾਰਤ 'ਚ ਵੀ ਅਖਬਾਰਾਂ ਦੇ ਨਾਲ ਤੁਸੀਂ ਕੰਮ ਕੀਤਾ। ਇਹ ਜਿਹੜਾ ਵਿਦੇਸ਼ ਜਾਣ ਦਾ ਸਬੱਬ ਸੀ, ਇਹ ਕਿਵੇਂ ਬਣਿਆ? ਅਸਲ ਦੇ ਵਿੱਚ ਵਿਦੇਸ਼ ਜਾਣ ਦਾ ਸਬੱਬ ਤੇ ਆਰਥਿਕਤਾ, ਰੋਜੀ ਰੋਟੀ। ਕਦੇ ਮੈਂ ਸੋਚਿਆ ਸੀ ਕਿ ਮੈਂ ਇੱਥੇ ਰਹਿ ਕੇ ਕੰਮ ਕਰਨਾ ਆਪਣਾ, ਪਰ ਸਮੇਂ ਨੇ ਕਰਵਟ ਲਈ ਤੇ ਮੇਰਾ ਬਿਜ਼ਨਸ ਜਿਹੜਾ ਸੀ ਇੱਥੇ ਉਨਾ ਕਾਮਯਾਬ ਨਹੀਂ ਹੋਇਆ, ਜਿਸ ਕਰਕੇ ਮੈਨੂੰ ਹੋਰ ਕੋਈ ਆਪਸ਼ਨ ਨਹੀਂ ਮਿਲਿਆ ਤੇ ਫਿਰ ਪ੍ਰਦੇਸ਼ ਵੱਲ ਨੂੰ ਰੂਟ ਸ਼ੁਰੂ ਕਰ ਲਿਆ। ਹਾਂਜੀ, ਤੇ ਕਦੋਂ ਕਿੰਨਾ ਸਾਲਾਂ ਦੇ ਵਿੱਚ ਤੁਸੀਂ ਗਏ? ਮੈਂ 2001 ਦੇ ਵਿੱਚ ਗਿਆ ਸੀ। ਇੱਥੋਂ ਸਵਿਸ ਗਿਆ ਸੀ, ਸਵਿਸ ਤੋਂ ਫਿਰ ਮੈਂ ਇਟਲੀ ਫਿਰ ਮੈਂ 16 ਸਾਲ ਰਿਹਾ ਲਗਾਤਾਰ, ਤੇ ਉਸ ਤੋਂ ਬਾਅਦ ਮੈਂ 6 ਸਾਲ ਤੋਂ ਹਾਂ ਯੂਕੇ ਵਿੱਚ। ਅੱਛਾ ਚਾਹਲ ਸਾਹਿਬ, ਤੁਸੀਂ ਇਹ ਦੱਸੋ, ਕਿਉਂਕਿ ਆਪਾਂ ਵੀ ਵਿਦੇਸ਼ ਵਿੱਚ ਹੀ ਮਿਲੇ, ਹਾਂਜੀ, ਸਮਾਂ ਗੁਜ਼ਾਰਿਆ ਕਦੀ। ਹੁਣ ਸਾਡੇ ਦਰਸ਼ਕ ਜਾਣਨਾ ਚਾਹਣਗੇ ਤੁਹਾਡਾ ਪਰਿਵਾਰਕ ਪਿਛੋਕੜ, ਕਿੱਥੋਂ ਦੇ ਰਹਿਣ ਵਾਲੇ, ਲਿਖਣ ਦਾ ਸਬੱਬ ਕਿੱਦਾਂ ਬਣਿਆ, ਇਹ ਵਿਸਥਾਰ ਨਾਲ ਥੋੜੀ ਜਿਹੀ ਜਾਣਕਾਰੀ। ਪਰਿਵਾਰਕ ਪਿਛੋਕੜ ਮੇਰਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਿੰਡ ਮਾਧੋ ਝੰਡਾ। ਹਾਂਜੀ। ਤੇ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਸ਼ਿੰਗਾਰਾ ਸਿੰਘ ਤੇ ਮੰਮੀ ਹੁਣਾਂ ਦਾ ਨਾਮ ਹੈਗਾ ਸਰਦਾਰਨੀ ਤਲਵਿੰਦਰ ਕੌਰ ਚਾਰ। ਮੈਂ 5.5 ਸਾਲ ਦਾ ਸੀ ਜਦੋਂ ਡੈਡੀ ਹੁਣਾਂ ਦੀ ਡੈਥ ਹੋ ਜਾਂਦੀ ਹੈ ਐਕਸੀਡੈਂਟ ਕਰਕੇ, ਤੇ ਫਿਰ ਮੇਰੀ ਮਾਂ ਨੇ ਮੈਨੂੰ ਪੜ੍ਹਾਇਆ, ਇਸ ਕਾਬਲ ਬਣਾਇਆ ਕਿ ਮੈਂ ਇਸ ਦੁਨੀਆ ਦੇ ਵਿੱਚ ਇੱਕ ਵਧੀਆ ਇਨਸਾਨ ਦੇ ਤੌਰ ਦੇ ਉੱਤੇ ਵਿਚਰ ਸਕਾਂ। ਤੇ ਪੜ੍ਹਾਈ ਵੀ ਮੈਂ ਵਧੀਆ ਕੀਤੀ। ਪੜ੍ਹਾਈ ਤੋਂ ਬਾਅਦ ਸਾਡੇ ਘਰ ਦੇ ਵਿੱਚ ਅਸਲ ਦੇ ਵਿੱਚ ਪੜ੍ਹਨ ਦਾ ਮਾਹੌਲ ਹੈ ਸੀ ਸ਼ੁਰੂ ਤੋਂ ਹੀ। ਤੇ ਮੇਰੇ ਮਾਮਾ ਜੀ ਸਰਦਾਰ ਕਪਾਲ ਸਿੰਘ, ਉਹ ਲਿਖਦੇ ਵੀ ਬਹੁਤ ਵਧੀਆ ਸੀ, ਖਾਸ ਕਰਕੇ ਢਾਡੀ ਵਾਰਾਂ। ਤੇ ਇਸ ਕਰਕੇ ਥੋੜ੍ਹਾ ਬਹੁਤਾ ਕਹਿ ਲਓ ਖੂਨ ਦੇ ਵਿੱਚ ਵੀ ਹੈਗਾ। ਤੇ ਦੂਸਰਾ ਮਾਹੌਲ ਜਿਹੜਾ ਸੀ ਸਾਡੇ ਘਰ 'ਚ, ਅਖਬਾਰਾਂ ਆਮ ਹੀ ਕਹਿ ਲਓ ਆਉਂਦੀ ਹੁੰਦੀ ਸੀ ਅਖਬਾਰ, ਚਾਹੇ ਆਰਥਿਕਤਾ ਸਾਡੀ ਜਿੰਨੀ ਮਰਜ਼ੀ ਕਮਜ਼ੋਰ ਰਹੀ, ਪਰ ਅਸੀਂ ਪੜ੍ਹਨ ਦੇ ਨਾਲ ਹਮੇਸ਼ਾ ਜੁੜੇ ਰਹੇ।
ਉਹੀ ਕਿਤੇ ਨਾ ਕਿਤੇ ਜਿਹੜੀ ਚਿਣਕ ਸੀ ਤੇ ਮੈਨੂੰ ਕਲਮ ਵਾਲੇ ਪਾਸੇ ਲੈ ਕੇ ਆਈ। ਇਹ ਇੱਥੇ ਭਾਰਤ ਰਹਿੰਦਿਆਂ ਵੀ ਤੁਸੀਂ ਪੱਤਰਕਾਰੀ ਜਾਂ ਲਿਖਣ ਦਾ ਰੁਝਾਨ ਸੀ ਕਿ ਵਿਦੇਸ਼ ਵਿੱਚ ਹੀ ਜਾ ਕੇ ਬਣੇ? ਨਹੀਂ, ਪੱਤਰਕਾਰੀ ਮੈਂ ਇੱਥੇ ਕੋਈ ਨਹੀਂ ਕੀਤੀ। ਮੈਂ ਸਿਰਫ ਇੱਥੇ ਰਹਿੰਦਿਆਂ ਥੋੜਾ ਬਹੁਤਾ ਲਿਖ ਕੇ ਕਿਸੇ ਨਾ ਕਿਸੇ ਅਖਬਾਰ ਨੂੰ ਭੇਜ ਦੇਣਾ। ਜੇ 10 ਲਿਖਤਾਂ ਭੇਜੀਆਂ ਉਹਨਾਂ 'ਚ ਇੱਕ ਅੱਧੀ ਛਪ ਗਈ ਤੇ ਕਈ ਵਾਰ ਨਹੀਂ ਵੀ ਛਪਦੀਆਂ ਸੀ। ਪਰ ਜਿਹੜਾ ਮੇਰਾ ਅਸਲੀ ਕਹਿ ਸਕਦੇ ਹਾਂ ਲਿਖਣ ਦਾ ਨਿਖਾਰ ਆਇਆ ਉਹ ਤੁਹਾਡੇ ਸਮੇਂ 'ਚ ਜਦੋਂ ਇੰਡੋ ਇਟਾਲੀਅਨ ਟਾਈਮਸ ਲਿਖਦੇ ਸੀ, ਛਪਦਾ ਸੀ ਤੁਹਾਡਾ, ਜਾਂ ਪੰਜਾਬ ਐਕਸਪ੍ਰੈਸ ਇਟਲੀ ਤੋਂ ਛਪਦੀ ਸੀ, ਫਿਰ ਮੀਡੀਆ ਪੰਜਾਬ ਚੱਲ ਪਈ ਆਨਲਾਈਨ। ਬਾਅਦ ਦੇ ਵਿੱਚ ਫਿਰ ਜਦੋਂ ਕਹਿ ਲਓ ਵੀ ਬਹੁਤ ਸਾਰੀਆਂ ਅਖਬਾਰਾਂ ਦੇ ਨਾਲ ਜੁੜੇ ਮੈਂ, ਪਰ ਸ਼ੁਰੂਆਤ ਜਿਹੜੀ ਉਹ ਇਟਲੀ ਵਿੱਚ ਜਾ ਕੇ ਹੋਈ ਹੈ। ਆਪਣਾ ਚਾਹਲ ਜੀ, ਤੁਹਾਡੀ ਕਿਤਾਬ ਇਟਲੀ ਵਿੱਚ ਸਿੱਖ ਫੌਜੀ ਆਈ ਹੈ ਜੋ ਉਹਦੇ ਪੰਜਾਬੀ ਵਿੱਚ ਵੀ ਛਪੀ ਹੈ। ਇਹ ਕਿਤਾਬ ਹੈ ਇਹਨਾਂ ਦੀ, ਹਿੰਦੀ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ ਉਹ ਅਨੁਵਾਦ ਹੋਈ ਆ, ਜਿਹਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ। ਔਰ ਵਿਸ਼ਵ ਭਰ ਵਿੱਚ ਇਹਦੇ ਕਿਤਾਬ ਤੇ ਐਡੀਸ਼ਨ ਗਏ ਨੇ, ਯੂਨੀਵਰਸਿਟੀਆਂ 'ਚ ਰਿਲੀਜ਼ ਹੋ ਰਹੀ ਆ, ਵੱਡੇ ਵੱਡੇ ਵਿਦਵਾਨ ਇਹਨੂੰ ਜੀ ਆਇਆਂ ਕਹਿ ਰਹੇ ਆ। ਇਹ ਜਿਹੜਾ ਇਟਲੀ 'ਚ ਸਿੱਖ ਫੌਜੀ ਕਿਤਾਬ ਲਿਖਣ ਦਾ ਵਿਚਾਰ ਕਿੱਦਾਂ ਆਇਆ? ਵਿਚਾਰ ਅਸਲ ਦੇ ਵਿੱਚ ਜਦੋਂ ਇਟਲੀ 'ਚ ਰਹਿ ਕੇ ਮੈਂ ਘੁੰਮਦਾ ਫਿਰਦਾ ਸੀ, ਇਟਾਲੀਅਨ ਕਮਿਊਨਿਟੀ ਦੇ ਵਿੱਚ ਉਹਨਾਂ ਦੇ ਪ੍ਰੋਗਰਾਮਾਂ 'ਚ ਜਾਂਦਾ ਸੀ, ਉੱਥੋਂ ਵੀ ਥੋੜਾ ਬਹੁਤਾ ਪਤਾ ਲੱਗਣ ਲੱਗਾ ਕਿ ਸਾਡੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਫੌਜੀ ਇਟਲੀ ਦੇ ਵਿੱਚ ਸੈਕੰਡ ਵਰਲਡ ਵਾਰ ਲੜ ਕੇ ਗਏ ਆ ਤੇ ਪਹਿਲੀ ਸੰਸਾਰ ਜੰਗ ਵੀ ਇਹਨਾਂ ਨੇ ਲੜੀ ਸੀ। ਹਾਂਜੀ ਹਾਂਜੀ। ਪਰ ਇਤਿਹਾਸਕ ਝਰੋਖੇ 'ਚ ਜਦੋਂ ਆਪਾਂ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਕਿਤੇ ਵੀ ਇਹਨਾਂ ਦੇ ਬਾਰੇ ਕੁਝ ਨਹੀਂ ਮਿਲਦਾ ਸੀ। ਖੋਜ ਦੇ ਦੌਰਾਨ ਮੈਂ ਦੇਖਿਆ ਕਿ ਮੈਂ 2-2000 ਪੇਜ ਦੀ ਕਿਤਾਬ ਵੀ ਪੜ੍ਹ ਕੇ ਦੇਖੀ, ਜਿਹੜੀਆਂ ਕਿਤਾਬਾਂ ਵਰਲਡ ਵਾਰ ਦੇ ਉੱਤੇ ਲਿਖੀਆਂ ਗਈਆਂ, ਕਿਉਂਕਿ ਵਰਲਡ ਵਾਰ ਦਾ ਬਹੁਤ ਜ਼ਿਆਦਾ ਵਿਸ਼ਾਲ ਘੇਰਾ ਤੇ ਪਰ ਖਾਸ ਕਰਕੇ ਭਾਰਤੀ ਫੌਜ ਦਾ ਕਿਤੇ ਨਾ ਕਿਤੇ ਜ਼ਿਕਰ ਜ਼ਰੂਰ ਆਉਂਦਾ ਸੀ, ਸਿੱਖ ਫੌਜੀਆਂ ਦਾ ਜ਼ਿਕਰ ਨਹੀਂ ਆਉਂਦਾ ਸੀ, ਪੰਜਾਬੀਆਂ ਦਾ ਜ਼ਿਕਰ ਬਹੁਤ ਘੱਟ ਆਉਂਦਾ ਸੀ। ਉਹਦੇ ਵਾਸਤੇ ਫਿਰ ਜਦੋਂ ਮੈਂ ਕੰਮ ਸ਼ੁਰੂ ਕੀਤਾ ਉਸ ਸਮੇਂ ਮੇਰੇ ਦਿਮਾਗ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਮੈਂ ਸਿਰਫ ਕਿਤਾਬ ਦਾ ਟਾਈਟਲ ਸਿੱਖ ਫੌਜੀ ਲਿਖਣਾ। ਪਰ ਹੌਲੀ ਹੌਲੀ ਕੰਮ ਕਰਦਿਆਂ ਜਦੋਂ ਮੈਂ ਲੋਕਾਂ 'ਚ ਵਿਚਰਿਆ, ਲੋਕਾਂ ਦੇ ਇਟਾਲੀਅਨ ਲੋਕਾਂ ਦੇ ਨਾਲ ਕੰਮ ਕੀਤਾ, ਉੱਥੇ ਮੈਨੂੰ ਇੱਕ ਸਿੱਖ ਫੌਜੀਆਂ ਦਾ ਅਕਸ ਬਹੁਤ ਉੱਗੜ ਕੇ ਸਾਹਮਣੇ ਆਇਆ, ਮੇਰੇ ਸਾਹਮਣੇ ਆਇਆ। ਉਸੇ ਗੱਲ ਨੇ ਫਿਰ ਮੈਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਤੇ ਜਦੋਂ ਮੈਂ ਕਿਤਾਬ ਲਿਖ ਕੇ ਆਪਣੇ ਕੁਝ ਦੋਸਤਾਂ ਦੇ ਪੈਨਲ ਦੇ ਵਿੱਚ ਰੱਖੀ, ਜਿਨ੍ਹਾਂ ਦੇ ਵਿੱਚ ਦਲਜਿੰਦਰ ਰਹਿਲ ਦਾ ਨਾਮ, ਰਾਜੂ ਠੂਰੀਆ ਦਾ ਨਾਮ ਸਭ ਤੋਂ ਮੋਹਰੇ ਆਉਂਦਾ, ਜਿਨ੍ਹਾਂ ਨੂੰ ਤੁਸੀਂ ਵੀ ਜਾਣਦੇ ਕਿਉਂਕਿ ਰਾਜੂ ਦੇ ਨਾਲ ਵੀ ਤੁਹਾਡੇ ਸੰਬੰਧ ਬਹੁਤ ਦੋਸਤੀ ਵਾਲੇ ਸੀ। ਤੇ ਫਿਰ ਇਸ ਕਿਤਾਬ ਦਾ ਅਸੀਂ ਨਾਂ ਮੈਂ ਇਕੱਲੇ ਨੇ ਸੋਚ ਕੇ ਨਹੀਂ ਰੱਖਿਆ, ਸਾਰਿਆਂ ਨੇ ਸੋਚ ਕੇ ਰੱਖਿਆ ਕਿ ਇਟਲੀ ਵਿੱਚ ਸਿੱਖ ਫੌਜੀ ਕਿਤਾਬ ਰੱਖਾਂ। ਇਹ ਦੇਖੋ ਚਾਲ ਜੀ, ਮੈਂ ਅਸਲ 'ਚ ਮੇਰਾ ਸਵਾਲ ਇਹ ਵੀ ਆ ਕਿ ਜਦੋਂ ਇਸ ਖੋਜ ਭਰਪੂਰ ਪੁਸਤਕ ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਫਿਰ ਜਿੱਥੇ ਇਟਲੀ ਭਾਰਤੀ ਫੌਜ ਜਾਂ ਇਟਲੀ ਦੇ ਜਿਹੜੇ ਸਿੱਖ ਫੌਜੀ ਸੀਗੇ ਜਿਨ੍ਹਾਂ ਦਾ ਹੋਰਨਾਂ ਕਿਤਾਬਾਂ 'ਚ ਜ਼ਿਕਰ ਨਹੀਂ, ਤੁਸੀਂ ਬਹੁਤ ਵੱਡਾ, ਮੈਂ ਫਿਰ ਇਹ ਗੱਲ ਕਹਿੰਦਾ ਕਿ ਬਹੁਤ ਵੱਡਮੁੱਲਾ ਕੰਮ ਕੀਤਾ ਔਰ ਰਹਿੰਦੀ ਦੁਨੀਆ ਤੱਕਰ ਇਹ ਜਿਹੜਾ ਤੁਹਾਡਾ ਨਾਂ ਤੇ ਇਹ ਕਿਤਾਬ ਰਹਿਣੀ ਆ। ਕਿਸੇ ਨੇ ਕੀਤਾ ਹੀ ਨਹੀਂ, ਕਿਸੇ ਨੇ ਕੰਮ ਇਹ ਜਿਹੜਾ ਤੁਸੀਂ ਕਰ ਦਿੱਤਾ, ਮਤਲਬ ਸਗੋਂ ਭਾਰਤ ਵਾਸੀ, ਭਾਰਤੀ ਫੌਜ ਮਤਲਬ ਹਮੇਸ਼ਾ ਤੁਹਾਡੀ ਰਿਣੀ ਰਹੇਗੀ। ਮੈਂ ਖੁਦ ਤੁਹਾਡਾ ਰਿਣੀ ਆ ਕਿ ਐਡੀ ਵੱਡੀ ਤੁਸੀਂ ਕਿਤਾਬ ਲਿਖੀ ਆ। ਮੈਂ ਸਗੋਂ ਜਿਹੜੇ ਸਾਡੇ ਦਰਸ਼ਕ ਪਾਠਕ ਸਾਡੇ ਨਾਲ ਜੁੜੇ, ਵੇਖ ਰਹੇ, ਸੁਣ ਰਹੇ ਸਾਡੀ ਗੱਲਬਾਤ, ਤੇ ਮੈਂ ਚਾਹੂੰਗਾ ਕਿ ਇਹ ਕਿਤਾਬ ਜਿਹੜੀ ਆ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਵੇ। ਮੈਂ ਖੁਦ ਪਹੁੰਚਾਵਾਂਗਾ, ਮੈਨੂੰ ਕੁਝ ਕਿਤਾਬਾਂ ਦੇ ਕੇ ਜਾਇਓ। ਜਿਹੜੇ ਵੀ ਸਾਡੇ ਦਰਸ਼ਕ ਪਾਠਕ ਸੁਣ ਰਹੇ ਆ ਮੇਰੇ ਤੱਕ ਸੰਪਰਕ ਕਰਨ, ਮੈਂ ਇਹ ਕਿਤਾਬ ਤੁਹਾਡੇ ਤੱਕ ਪਹੁੰਚਦੀ ਕਰਾਂਗਾ। ਫ੍ਰੀ ਆਫ ਕਾਸਟ ਤੁਹਾਨੂੰ ਕਿਤਾਬ ਪਹੁੰਚਾਈ ਜਾਵੇਗੀ। ਤੇ ਇਸ ਕਿਤਾਬ ਦੀ ਜਦੋਂ ਤੁਸੀਂ ਖੋਜ ਕਰ ਰਹੇ ਸੀਗੇ, ਉਦੋਂ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਜਾਂ ਉਸ ਪ੍ਰੋਸੈਸ 'ਚੋਂ ਲੰਘਦਿਆਂ ਤੁਸੀਂ ਕੀ ਮਹਿਸੂਸ ਕਰ ਰਹੇ ਸੀ ਇਹ ਕੰਮ ਕਰਦਿਆਂ? ਤੁਹਾਨੂੰ ਕੀ ਕਰਨਾ ਪਿਆ ਉਹਨਾਂ ਟਿਕਾਣਿਆਂ ਤੇ ਪਹੁੰਚ ਕਰਨ ਵਾਸਤੇ? ਕਿਉਂਕਿ ਇਸ ਕਿਤਾਬ ਦੇ ਵਿੱਚ ਜਿੱਥੇ ਸਿੱਖ ਫੌਜੀ ਰਹਿੰਦੇ ਰਹੇ, ਮੈਂ ਪੰਜਾਬੀ ਵਿੱਚ ਕਿਤਾਬ ਪੜ੍ਹੀ ਹੋਈ ਆ, ਉਹਨਾਂ ਦੇ ਜਿੱਥੇ ਇਟਾਲੀਅਨ ਦੇ ਇਟਲੀ ਦੇ ਕਿਸੇ ਵੀ ਹਿੱਸੇ 'ਚ ਮੈਨੂੰ ਇਸ ਗੱਲ ਦਾ ਵੀ ਮਾਣ ਆ ਕਿ ਮੈਂ ਤੁਹਾਡੇ ਨਾਲ ਸ਼ੁਰੂ 'ਚ ਇਹ ਕੰਮ ਆਪਾਂ ਜਿੱਥੇ ਸਿੱਖ ਫੌਜੀ ਰਹਿੰਦੇ ਸੀਗੇ, ਮੈਂ ਤੁਹਾਡੇ ਨਾਲ ਗਿਆ ਸੀ, ਆਪਾਂ ਦੇਖਦੇ ਸੀ, ਪ੍ਰੋਜੈਕਟ ਤੋਂ ਹੀ ਸ਼ੁਰੂ ਕੀਤਾ। ਮੈਨੂੰ ਬੜੀ ਉਹ ਕਿੱਦਾਂ ਪਤਾ ਕਰਦੇ ਸੀ ਉਹ ਸਾਰਾ ਕੁਝ, ਉਹਨਾਂ ਦੇ ਘਰ ਜਾ ਕੇ ਜਿੱਥੇ ਉਹ ਰਹਿੰਦੇ ਰਹੇ, ਉਹ ਸਾਰੇ ਪ੍ਰੋਸੈਸ 'ਚੋਂ ਲੰਘਦਿਆਂ ਜੋ ਤੁਸੀਂ ਮਹਿਸੂਸ ਕਰਦੇ ਸੀਗੇ, ਤੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਕੰਮ ਛੱਡ ਕੇ ਤੁਸੀਂ ਡਰਾਈਵਰ ਸੀਗੇ ਇਟਲੀ ਦੇ ਵਿੱਚ ਜਾਂ ਫੈਕਟਰੀ 'ਚ ਵੀ ਕੰਮ ਕਰਦੇ ਰਹੇ, ਤੇ ਟਾਈਮ ਕਿੱਦਾਂ ਕੱਢਦੇ ਸੀ? ਮਤਲਬ ਇਹਦੇ ਬਾਰੇ ਥੋੜੀ ਜਾਣਕਾਰੀ। ਦੇਖੋ, ਮੁਸ਼ਕਲਾਂ ਤੇ ਬਹੁਤ ਆਈਆਂ ਕੰਮ ਦੇ ਵਿੱਚ, ਕਿਉਂਕਿ ਕੰਮ ਇੱਕ ਵਿਸ਼ਾ ਬੜਾ ਇਹ ਡਿਫਰੈਂਟ ਕਿਸਮ ਦਾ ਵਿਸ਼ਾ ਹੈ, ਵੱਖਰੀ ਕਿਸਮ ਦਾ ਵਿਸ਼ਾ ਆਪਾਂ ਕਹਿ ਸਕਦੇ ਇਸ ਨੂੰ। ਤੇ ਪਰ ਜਦੋਂ
ਕੰਮ ਕਰਨਾ ਸ਼ੁਰੂ ਕਰ ਦਿੱਤਾ। ਭੁਪਿੰਦਰ ਸਿੰਘ ਹਾਲੈਂਡ ਦੀ ਕਿਤਾਬ ਉਦੋਂ ਆਈ ਸੀ, ਸਿੱਖਾਂ ਦਾ ਯੂਰਪ ਤੇ ਕੀ ਕਰਜ਼ਾ। ਉਹ ਕਿਤਾਬ ਅੰਗਰੇਜ਼ੀ ਵਿੱਚ ਸੀ। ਉਹਦੇ ਵਿੱਚ ਮੈਂ ਥੋੜਾ ਜਿਹਾ ਬਰੀਫ ਦੇ ਵਿੱਚ ਦੇਖਿਆ ਇਟਲੀ ਦੇ ਵਿੱਚ ਜਿਹੜਾ ਭਾਰਤੀ ਫੌਜ ਦੀ ਕਾਰਗੁਜ਼ਾਰੀ ਸੀ, ਪਰ ਉਹਨੇ ਮੈਨੂੰ ਕਾਫੀ ਹਿੰਟ ਦੇ ਦਿੱਤਾ। ਫਿਰ ਮੈਂ ਹੌਲੀ ਹੌਲੀ ਉਹ ਤੋਂ ਦੇਖੇ ਕਿਹੜੇ ਜ਼ਿਲ੍ਹੇ ਆ। ਫਿਰ ਸਭ ਤੋਂ ਪਹਿਲਾਂ ਮੈਂ ਉੱਤਰ ਕੇ ਜਾਣ ਲੱਗਾ ਤਰੰਤੋ ਜ਼ਿਲ੍ਹੇ ਦੇ ਵਿੱਚ ਸੰਗਰੋ, ਤਰੀਨੋ ਦੀ ਸੰਗਰੋ, ਜਿੱਥੇ ਪਹਿਲੀ ਲੜਾਈ ਸਾਡੀਆਂ ਫੌਜਾਂ ਲੜਦੀਆਂ। ਕੇਤੀ ਸੌਰੀ ਤਰੰਤੋ ਨਹੀਂ, ਕੇਤੀ ਵਿੱਚ, ਤਰੰਤੋ ਤੋਂ ਥੱਲੇ ਚੱਲ ਜਾਂਦਾ। ਜਦੋਂ ਆਪਾਂ ਇਟਲੀ ਦਾ ਨਕਸ਼ਾ ਦੇਖਦੇ ਤਾਂ ਨੂੰ ਜਾਂਦਾ ਨਾ ਸਾਰਾ। ਫਿਰ ਕੇਤੀ ਤੋਂ ਨੂੰ ਆਪਾਂ ਹੌਲੀ ਹੌਲੀ ਆ ਜਾਂਦੇ, ਗੁਸਤਾਵ ਲਾਈਨ ਆ ਜਾਂਦੀ, ਫਿਰ ਦੂਸਰੀ ਆ ਜਾਂਦੀ ਆ ਗੁੱਥਕ ਲਾਈਨ ਆ ਜਾਂਦੀ ਆ। ਇੱਧਰੋਂ ਮੋਂਤੇ ਕਸੀਨੋ, ਸਭ ਤੋਂ ਜਿਹੜਾ ਕ੍ਰੂਸ਼ੀਅਲ ਜਿਹੜੀ ਵਾਰ ਹੋਈ ਮੋਂਤੇ ਕਸੀਨੋ ਦੀ, ਜਿੱਥੇ ਹਜ਼ਾਰਾਂ ਫੌਜੀ, 4000 ਫੌਜੀ ਤੇ ਭਾਰਤੀ ਫੌਜ ਦੇ ਮਰੇ ਉੱਥੇ। ਸੋ ਇਹ ਹੌਲੀ ਹੌਲੀ ਫਿਰ ਕਰਦਿਆਂ ਜਦੋਂ ਆਪਾਂ ਕਹਿ ਸਕਦੇ ਜਿੱਥੇ ਚਾਹ ਉੱਥੇ ਰਾਹ। ਫਿਰ ਮੈਨੂੰ 1 ਤੋਂ 2, 2 ਤੋਂ 3 ਇਸ ਤਰ੍ਹਾਂ ਲੜੀਆਂ ਮਿਲਦੀਆਂ ਗਈਆਂ। ਇਹਦੇ ਨਾਲ ਕੁਝ ਲੋਕਾਂ ਨੂੰ ਵੀ ਪਤਾ ਲੱਗਾ ਮੇਰੇ ਬਾਰੇ ਕਿ ਮੈਂ ਕੰਮ ਕਰਦਾ। ਇਟਾਲੀਅਨ ਕੌਂਸਲ ਜਿਹੜੀਆਂ ਹੈਗੀਆਂ ਉਹਨਾਂ ਨੇ ਵੀ ਮੇਰੇ ਨਾਲ ਸੰਪਰਕ ਕੀਤੇ, ਤੇ ਜਿਹੜੇ ਸਾਡੇ ਕੁਝ ਲੋਕਾਂ ਨੇ ਵੀ ਮੇਰਾ ਸਾਥ ਦਿੱਤਾ। ਜਗਜੀਤ ਸਿੰਘ ਸਿੱਖੀ ਸੋਸਾਇਟੀ ਵਾਲਿਆਂ ਨੇ ਮੈਨੂੰ ਗੁਰਦਾਸਪੁਰ ਦੇ ਵਿੱਚ ਇੱਕ ਆਪਣਾ ਸਿੱਖ ਫੌਜੀ ਕਰਤਾਰ ਸਿੰਘ ਲੱਭ ਕੇ ਦਿੱਤਾ। ਉਹ ਜੀਂਦਾ ਜਾਗਦਾ, ਮੈਂ ਉਹਨਾਂ ਦੀ ਇੰਟਰਵਿਊ ਇੱਥੇ ਕਰਨ ਆਇਆ। ਫਿਰ ਇਸੇ ਤਰ੍ਹਾਂ ਇੱਕ ਹੋਰ ਬੰਦੇ ਨੇ ਮੈਨੂੰ ਖਿੜਕੀਆਂ ਕਲਾਂ ਪਿੰਡ ਹੈ ਮੁਕਤਸਰ ਜ਼ਿਲ੍ਹੇ 'ਚ, ਉਹ ਵੀ ਇਟਲੀ ਲੜ ਕੇ ਆਇਆ ਸੀ, ਜਿਨ੍ਹਾਂ ਨੇ ਦੂਸਰੀ ਸੰਸਾਰ ਜੰਗ ਜਿਹਨਾਂ ਲੜੀ ਸੀ। ਫਿਰ ਉੱਥੇ ਮੈਂ ਖਿੜਕੀਆਂ ਕਲਾਂ ਆਪ ਨਹੀਂ ਜਾ ਸਕਿਆ। ਫਿਰ ਮੈਂ ਉੱਥੋਂ ਕਿਸੇ ਨੂੰ ਭੇਜਿਆ ਕੈਮਰਾ ਦੇ ਕੇ। ਉਹਨਾਂ ਨੇ ਸਾਰੀ ਇੰਟਰਵਿਊ ਉਹਨਾਂ ਦੀ ਰਿਕਾਰਡ ਕੀਤੀ। ਉਹ ਪਿੰਡ ਦੇ ਵਿੱਚ ਕਿਸ ਤਰ੍ਹਾਂ ਤਾਸ਼ ਖੇਡਦੇ ਆ, ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ ਮੈਨੂੰ ਵਰਲਡ ਵਾਰ ਦੇ ਵਿੱਚ, ਜਿੰਨਾ ਵੀ ਉਹਨਾਂ ਦੇ ਨਾਲ ਤਜਰਬਾ ਸਾਂਝਾ ਕੀਤਾ ਉਹਨਾਂ ਨੇ। ਕਰਤਾਰ ਸਿੰਘ ਇਹ ਸਿਗਨਲ ਕੋਰ ਦੇ ਵਿੱਚ ਹੁੰਦੇ ਸੀ। ਇਹਨਾਂ ਨੇ ਬੜੀਆਂ ਗੱਲਾਂ ਦੱਸੀਆਂ ਕਿ ਕਿਸ ਤਰ੍ਹਾਂ ਇਹ ਦੂਰ ਸੰਚਾਰ ਵਿਭਾਗ ਦੇ ਨਾਲ ਕੰਮ ਕਰਦੇ ਸੀ, ਕਿੱਦਾਂ ਇਹਨਾਂ ਨੇ ਚੋਰੀ ਜਾਣਾ ਮੋਟਰਸਾਈਕਲ ਲੈ ਕੇ ਤੇ ਉੱਧਰੋਂ ਖੁਫੀਆ ਜਿਹੜੇ ਸੁਨੇਹੇ ਉੱਧਰ ਉੱਧਰ ਪਹੁੰਚਾਉਣੇ। ਤੇ ਇਟਾਲੀਅਨ ਲੋਕਾਂ ਨੇ ਬੜਾ ਕੁਝ ਦੱਸਿਆ ਕਿ ਕਿਸ ਤਰ੍ਹਾਂ ਸਿੱਖ ਵਿਚਰਦੇ ਸੀ, ਕਿੱਦਾਂ ਰਹਿੰਦੇ ਸੀ, ਕਿੱਦਾਂ ਖਾਂਦੇ ਪੀਂਦੇ ਸੀ। ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਗੱਲਾਂ ਦੇ ਵਿੱਚੋਂ ਮੁਸ਼ਕਲਾਂ ਦੇ ਨਾਲੋਂ ਮੈਨੂੰ ਨਾ ਸਵਾਦ ਜ਼ਿਆਦਾ ਆਉਂਦਾ ਸੀ, ਆਨੰਦ ਬੜਾ ਆਉਂਦਾ ਸੀ ਜਦੋਂ ਮੈਂ ਉਹਨਾਂ ਦੇ ਬਾਰੇ ਗੱਲਾਂ ਸੁਣਦਾ ਸੀ। ਤੇ ਆਪਾਂ ਕਹਿ ਸਕਦੇ ਮਾਣ ਦੇ ਨਾਲ ਸਿਰ ਉੱਚਾ ਹੁੰਦਾ ਸੀ ਜਦੋਂ ਉਹਨਾਂ ਦੀ ਆਪਾਂ ਗੱਲਾਂ ਸੁਣਦੇ ਸੀ ਕਿ ਸਾਡੇ ਪੰਜਾਬੀ ਫੌਜੀ ਜਿਹੜੇ ਸੀਗੇ ਉਹਦੇ ਵਿੱਚ ਸਿੱਖ ਸੀ, ਉਹਦੇ 'ਚ ਮੁਸਲਮਾਨ ਸੀ, ਉਹਦੇ 'ਚ ਹਿੰਦੂ ਸੀ। ਜ਼ਿਆਦਾ ਬਹੁਤ ਗਿਣਤੀ ਜਿਹੜੀ ਸੀ ਪੰਜਾਬੀ ਸਿੱਖਾਂ ਦੀ ਸੀ ਤੇ ਪੰਜਾਬੀ ਮੁਸਲਮਾਨਾਂ ਦੀ ਸੀ, ਜਿਨ੍ਹਾਂ ਦੇ ਬਾਰੇ ਮੈਨੂੰ ਜਾਣਨ ਦਾ ਮੌਕਾ ਮਿਲਿਆ। ਇੱਕ ਸਮਾਂ ਉਹ ਵੀ ਆਇਆ ਕਿ ਜਦੋਂ ਆਪਾਂ ਮੋਂਤੇ ਕਸੀਨੋ ਦੇ ਫਰੰਟ ਤੇ ਚੱਲ ਜਾਂਦੇ ਆ, ਸਨ ਮਰੀਨੋ ਚੱਲ ਜਾਂਦੇ ਆ, ਨਕੂਨੇ ਵਿੱਚ ਚੱਲ ਜਾਂਦੇ ਆ, ਜਾਂ ਰਿਮਨੀ ਚੱਲ ਜਾਂਦੇ ਆ, ਉੱਥੇ ਜ਼ਿਆਦਾ ਜਿਹੜੀ ਲੜਾਈ ਸੀਗੀ ਇਹ ਲੜੀ ਸੀ ਗੋਰਖਾ ਰੈਜੀਮੈਂਟਾਂ ਨੇ। ਉੱਥੇ ਰਿਮਨੀ ਦੇ ਵਿੱਚ ਇੱਕ ਪੂਰਾ ਜਿਹੜਾ ਹੈਗਾ ਵਾਰ ਸਮਿਟਰੀ ਬਣੀ ਆ, ਗੋਰਖਾ ਵਾਰ ਸਮਿਟਰੀ। ਸਾਨੂੰ ਜੇ ਦੇਖੀਏ ਤਾਂ ਅਜੇ ਵੀ ਇਸ ਕੰਮ ਦੇ ਵਿੱਚ, ਜੇਕਰ ਮੈਂ ਇਹ ਕਿਤਾਬ ਇੱਕ ਲਿਖੀ ਆ ਤਾਂ ਮੈਨੂੰ ਲੱਗਦਾ ਕਿ ਇਹ ਕਿਤਾਬ ਅਜੇ ਇਸ ਵਰਲਡ ਵਾਰ ਜਿਹੜੀ ਹੋਈ ਆ, ਸੈਕੰਡ ਵਰਲਡ ਵਾਰ, ਉਸ ਵਰਲਡ ਵਾਰ ਤੇ ਜੇ ਸਾਡੀ ਸਾਰੀ ਫੌਜ ਦਾ ਆਪਾਂ ਮੁਲਾਂਕਣ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇਹ 0.5% ਵੀ ਕੰਮ ਨਹੀਂ ਹੈ, ਜਿਵੇਂ ਇਮਾਨਦਾਰੀ ਦੇ ਨਾਲ ਤਾਂ ਮੰਨਦਾ। ਬਾਕੀ ਜਿਹੜਾ ਕੰਮ ਹੋਇਆ ਇਹ ਅਜੇ ਇਸ ਕੰਮ ਤੇ ਹੋਰ ਬਹੁਤ ਖੋਜ ਕਰਨ ਦੀ ਲੋੜ ਹੈ। ਅੱਛਾ ਬਲਵਿੰਦਰ ਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਿਹੜੇ ਇਹਨਾਂ ਨੇ ਕੁਝ ਸ਼ਹਿਰਾਂ ਦੇ ਕਸਬਿਆਂ ਦੇ ਨਾਂ ਲਏ ਨੇ ਉਹ ਇਟਲੀ ਦੇ ਵਿੱਚ ਨੇ, ਜਿੱਥੇ ਇਹ ਰਹਿੰਦੇ ਸੀ। ਇਹਨਾਂ ਤੋਂ ਬਹੁਤ ਦੂਰ ਵੀ ਸੀਗੇ, 700-800 ਕਿਲੋਮੀਟਰ, 1000 ਕਿਲੋਮੀਟਰ, 12 ਕਿਲੋਮੀਟਰ, 1200 ਕਿਲੋਮੀਟਰ ਤੱਕ ਦੂਰ ਆ, ਜਿੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ। ਮੇਰੇ ਚੱਲ ਜੀ, ਤੁਸੀਂ ਇੱਕ ਮੇਰੇ ਸਵਾਲ ਦਾ ਜਵਾਬ ਬਿਨਾਂ ਪੁੱਛੇ ਹੀ ਦੇ ਦਿੱਤਾ ਵੀ ਮੇਰਾ ਮਾਣ ਨਾਲ ਸਿਰ ਝਾਂਦਾ ਸੀ ਜਦੋਂ ਮੈਂ ਭਾਰਤੀ ਫੌਜੀਆਂ ਬਾਰੇ ਮਤਲਬ ਮੈਂ ਗੱਲ ਕਰ ਰਿਹਾ ਸੀ, ਮੈਨੂੰ ਮਜ਼ਾ ਆਉਂਦਾ ਸੀ ਉਹ ਕੰਮ ਕਰਕੇ। ਮੈਂ ਸਵਾਲ ਨੂੰ ਆਪਣਾ ਦੂਜਾ ਸਵਾਲ ਇਹ ਕਰਦਾ, ਬਲਵਿੰਦਰ ਜੀ, ਜਿਹੜਾ ਸਮਾਜ ਆ ਹੈ ਨਾ ਤੇ ਇੱਕ ਲੇਖਕ ਆ, ਅਸਲ ਦੇ ਵਿੱਚ ਜਿਹੜਾ ਸਾਡਾ ਭਾਰਤੀ ਸਮਾਜ ਆ ਤੇ ਇੱਕ ਲੇਖਕ ਆ, ਇਹਨਾਂ ਦੋਨਾਂ ਦਾ ਆਪਸ ਵਿੱਚ ਕਿੱਦਾਂ ਦਾ ਰਿਸ਼ਤਾ ਹੋਣਾ ਚਾਹੀਦਾ? ਦੇਖੋ, ਸਮਾਜ ਕਿਸੇ ਵੀ ਸੰਸਾਰ ਦਾ ਆਪਾਂ ਕਿਸੇ ਚੱਲ ਜੇ ਸਮਾਜ ਤਾਂ ਸਮਾਜ ਆ, ਉੱਥੋਂ ਦੀਆਂ ਕਦਰਾਂ ਕੀਮਤਾਂ ਨੂੰ ਆਪਾਂ ਕਹਿ ਸਕਦੇ ਜੋ ਲੋਕ ਲੈ ਕੇ ਚੱਲਦੇ ਆ ਉਹ ਸਮਾਜ ਹੈ। ਪਰ ਲੇਖਕ ਦਾ ਜਿਹੜਾ ਜ਼ਿੰਮੇਵਾਰੀ ਆਮ ਲੋਕਾਂ ਦੇ ਨਾਲੋਂ ਬਹੁਤ ਜ਼ਿਆਦਾ ਵੱਡੀ ਆ। ਤੁਸੀਂ ਮੇਰੇ ਨਾਲ ਬਹੁਤ ਜ਼ਿਆਦਾ ਲਿਖਣ ਦੇ ਵਿੱਚ ਤਜਰਬਾ ਤੁਹਾਡੇ ਕੋਲੋਂ ਮੈਂ ਵੀ ਬੜਾ ਕੁਝ ਸਿੱਖਿਆ। ਤੇ ਇਸ ਗੱਲ ਨੂੰ ਜੇ ਆਪਾਂ ਦੇਖੀਏ ਤਾਂ ਲੇਖਕ ਦਾ ਜਿਹੜਾ ਸੰਬੰਧ ਆ ਸਮਾਜ ਦੇ ਨਾਲ ਸਿੱਧਾ ਹੋਣਾ ਚਾਹੀਦਾ। ਲੇਖਕ ਜੇ ਕੋਈ ਗੱਲ ਲਿਖਦਾ ਤਾਂ ਉਹਦੇ ਚੋਂ ਉਹਦਾ ਅਹਿਸਾਸ, ਉਹਦੀ ਜ਼ਿੰਮੇਵਾਰੀ ਜ਼ਰੂਰ ਝਲਕਣੀ ਚਾਹੀਦੀ ਹੈ। ਸੋ ਲੇਖਕ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਜੋ ਉਹਨੇ ਲਿਖ ਦਿੱਤਾ ਉਹ ਲਿਖਤ ਉਹਦੀ ਨਹੀਂ ਰਹਿ ਜਾਂਦੀ, ਉਹ ਲਿਖਤ ਮੁੜ ਕੇ ਲੋਕਾਂ ਦੀ ਬਣ ਜਾਂਦੀ, ਲੋਕਾਂ ਦੇ ਵਿੱਚ ਵਿਚਰਨੀ ਆ। ਸੋ ਮੈਂ ਇਹ ਚਾਹੂੰਗਾ ਕਿ ਲੇਖਕ ਨੂੰ ਜ਼ਿੰਮੇਵਾਰ ਬਣ ਕੇ ਤੇ ਸਮਾਜ ਦੇ ਪ੍ਰਤੀ ਜ਼ਿੰਮੇਵਾਰ ਹੋ ਕੇ ਚੱਲਣ ਦੀ ਲੋੜ ਹੈ। ਲਿਖੇ ਥੋੜਾ ਪਰ ਲਿਖੇ ਵਧੀਆ। ਬਿਲਕੁਲ। ਆਪਣਾ ਕੁਛ ਇਟਲੀ ਵਿੱਚ
ਪੱਤਰਕਾਰੀ ਦੇ ਕੁਝ ਤਜਰਬੇ ਸਾਂਝੇ ਕਰਨੇ ਚਾਹੋਗੇ, ਉੱਥੋਂ ਦੇ ਪੰਜਾਬੀਆਂ ਬਾਰੇ ਕੋਈ ਗੱਲ ਕਰਨੀ ਚਾਹੋਗੇ? ਇਟਲੀ ਦੇ ਵਿੱਚ ਪੰਜਾਬੀ ਬੜੀ ਵੱਡੀ ਤਾਦਾਦ ਦੇ ਵਿੱਚ ਗਏ। ਜਦੋਂ ਪਹਿਲਾਂ ਇਮੀਗ੍ਰੇਸ਼ਨ ਖੋਲ੍ਹਦੀ ਸੀ, ਆਈ ਥਿੰਕ 87 ਦੇ ਵਿੱਚ ਸ਼ਾਇਦ ਖੁੱਲੀ ਸੀ, ਫਿਰ 90 ਦੇ ਵਿੱਚ, ਫਿਰ 95 96 ਦੇ ਵਿੱਚ ਖੁੱਲੀ ਜਿਹੜੀ 95 ਚ। ਉਦੋਂ ਪੰਜਾਬੀਆਂ ਨੇ ਫਿਰ ਸਿੱਧਾ ਰੁੱਖ ਕੀਤਾ, ਖਾਸ ਕਰਕੇ ਉਹ ਪੰਜਾਬੀ ਜਿਹੜੇ ਜਰਮਨ ਜਾਂ ਫਰਾਂਸ ਇਹਨਾਂ ਦੇਸ਼ਾਂ ਦੇ ਵਿੱਚ ਬਿਨਾਂ ਕਿਸੇ ਸਟੇਟਸ ਤੋਂ ਰਹਿੰਦੇ ਸੀ, ਆਈ ਮੀਨ ਕੱਚੇ ਸੀ ਜਿਹੜੇ, ਉਹ ਬਹੁਤ ਵੱਡੀ ਗਿਣਤੀ 'ਚ ਆਏ। ਫਿਰ 97 98 ਦੇ ਦੌਰਾਨ ਇਮੀਗ੍ਰੇਸ਼ਨ ਖੋਲ੍ਹੀ, ਉਦੋਂ ਫਿਰ ਬਹੁਤ ਵੱਡੀ ਗਿਣਤੀ 'ਚ ਗਏ। ਉਦੋਂ ਹੀ ਇਟਲੀ ਦੇ ਵਿੱਚ ਜਿਹੜੇ ਸਾਡੇ ਇੱਥੋਂ ਭਾਰਤ ਤੋਂ ਸਿੱਧੇ ਜਾਣ ਵਾਲੇ ਸੀ, ਜਿਹੜੇ ਇਮੀਗ੍ਰੇਸ਼ਨ ਲਾਅ ਦੇ ਅਕੋਰਡਿੰਗ ਨਹੀਂ ਚੋਰੀ ਜਾਂਦੇ ਸੀ, ਜਿਹਨੂੰ ਆਪਾਂ ਡੋਂਕੀ ਲਾ ਕੇ ਕਹਿ ਦਿੰਦੇ ਹਾਂ, ਉਦੋਂ ਹੀ ਮਾਲਟਾ ਕਾਂਡ ਹੁੰਦਾ ਜਦੋਂ ਇਟਲੀ ਨੂੰ ਛਿਪ ਜਾਂਦਾ ਸੀ, ਜਿਹਦੇ 'ਚ 200-250 ਪੰਜਾਬੀ ਮਰਿਆ ਸੀ। ਸੋ ਹੁਣ ਪੰਜਾਬੀ ਜਿਹੜੇ ਇਸ ਟਾਈਮ ਇਟਲੀ 'ਚ ਜਾ ਰਹੇ ਆ ਪੇਪਰਾਂ ਦੇ ਥਰੂ, ਏਜੰਟਾਂ ਦੇ ਥਰੂ। ਪਰ ਤੁਸੀਂ ਦੇਖ ਹੀ ਲਿਆ ਹੋਣਾ ਕਿ ਹੁਣ ਸਾਡੇ ਕੁਝ ਲੋਕਾਂ ਨੇ ਹੱਥ ਵੀ ਚੰਗੇ ਰੰਗੇ ਇਸ ਕੰਮ ਦੇ ਵਿੱਚ ਪੈਸੇ ਦੇ ਨਾਲ, ਪਰ ਕਿਤੇ ਨਾ ਕਿਤੇ ਪੰਜਾਬੀਆਂ ਨੇ ਆਪਣੀ ਪਛਾਣ ਵੀ ਬਣਾਈ ਆ ਮਿਹਨਤ ਦੇ ਕਰਕੇ। ਪਰ ਇੱਕ ਚੀਜ਼ ਦਾ ਮੈਂ ਦੁੱਖ ਜ਼ਰੂਰ ਹੈ ਮੈਨੂੰ ਕਿ ਅਜੇ ਤੱਕ ਇਟਲੀ ਦੇ ਵਿੱਚ ਇੰਨੇ ਜ਼ਿਆਦਾ ਗੁਰਦੁਆਰੇ ਬਣ ਗਏ, ਇੰਨੀ ਜ਼ਿਆਦਾ ਸਿੱਖ ਕਮਿਊਨਿਟੀ ਰਹਿੰਦੀ ਆ, ਪਰ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਿੱਖ ਧਰਮ ਨੂੰ ਰਜਿਸਟਰਡ ਨਹੀਂ ਕਰਾ ਸਕੇ। ਇਹਦੇ ਕੀ ਕਾਰਨ ਹੋ ਸਕਦੇ ਆ? ਫਿਰ ਕਾਰਨ ਇਹੀ ਆ ਕਿ ਇਹਨਾਂ ਜਿੰਨੀਆਂ ਵੀ ਜਥੇਬੰਦੀਆਂ ਉੱਥੇ ਰਹਿੰਦੀਆਂ, ਚਾਹੇ ਉਹ ਕੋਈ ਵੀ ਜਥੇਬੰਦੀ ਆ, ਉਹਨਾਂ ਦਾ ਇੱਕ ਪਲੇਟਫਾਰਮ ਨਹੀਂ ਹੈਗਾ। ਉਹਨਾਂ ਨੇ ਇਟਲੀ ਦੇ ਵਿੱਚ ਤੁਸੀਂ ਬਹੁਤ ਵਿਚਰੇ ਆ, ਵੱਖ-ਵੱਖ ਜਿਹੜੇ ਜਾਤਾਂ ਦੇ ਨਾਂ ਦੇ ਉੱਤੇ ਗੁਰਦੁਆਰਾ ਹੈ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਆ, ਪਰ ਜੇਕਰ ਇਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਤਾਂ ਉਹ ਸਹੀ ਦਿਸ਼ਾ ਦੇ ਵਿੱਚ ਸਿੱਖ ਕੌਮ ਨੂੰ ਜਾਂ ਸਿੱਖ ਧਰਮ ਨੂੰ ਨਹੀਂ ਲਿਆ ਸਕਦੇ। ਅੱਛਾ, ਗੱਲ ਸੁਣੋ, ਬੜਾ ਇੱਕ ਰੌਚਕ ਸਵਾਲ ਆ, ਇਹਦਾ ਜਵਾਬ ਵੀ ਬਹੁਤ ਵਧੀਆ ਹੋਊਗਾ, ਜਾਣਨ ਵਾਲਿਆਂ ਲਈ ਵੀ ਬੜੀ ਵਧੀਆ ਗੱਲ ਹੋਊਗੀ। ਹੁਣ ਤੁਸੀਂ ਇਟਲੀ ਰਹੇ 16 ਸਾਲ, ਪਿਛਲੇ 6 ਸਾਲ ਤੋਂ ਤੁਸੀਂ ਯੂਕੇ ਚਲੇ ਗਏ। ਇੱਥੋਂ ਦੀ ਰਹਿਣੀ ਬਹਿਣੀ ਇਟਲੀ ਦੀ ਤੇ ਇੰਗਲੈਂਡ ਦੀ ਜਿਹੜੀ ਰਹਿਣੀ ਬਹਿਣੀ, ਕਿੰਨਾ ਕੁ ਫਰਕ ਆ? ਜਾਂ ਪੰਜਾਬੀਆਂ ਦੀ ਤਰੱਕੀ ਬਾਰੇ, ਉਹ ਇੱਥੇ ਠੀਕ ਸੀ, ਤੁਸੀਂ ਉੱਥੇ ਠੀਕ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੁਲਕ ਕੋਈ ਵੀ ਮਾੜਾ ਨਹੀਂ ਹੁੰਦਾ, ਜਿੱਥੇ ਆਪਾਂ ਮਿਹਨਤ ਕਰੀਏ ਆਪਾਂ ਰੋਟੀ ਵਧੀਆ ਖਾ ਸਕਦੇ ਹਾਂ। ਹਾਂ, ਜਿੱਦਾਂ ਭਾਰਤ ਵਿੱਚ ਮੈਂ ਮਿਹਨਤ ਕਰਦਾ ਸੀ, ਉਹੋ ਜਿਹੇ ਨਹੀਂ ਮੌਕੇ ਮਿਲਦੇ ਸੀ। ਇਟਲੀ ਨੇ ਮੈਨੂੰ ਮੌਕੇ ਦਿੱਤੇ, ਇਟਲੀ ਨੇ ਆ ਕਿਤਾਬ ਲਿਖਣ ਦੀ ਮੈਨੂੰ ਸਮਰੱਥਾ ਬਖਸ਼ੀ। ਬਹੁਤ ਵਧੀਆ ਮੁਲਕ ਹੈ ਇਟਲੀ, ਉੱਥੋਂ ਦੇ ਲੋਕ, ਉਸ ਦੇਸ਼ ਦੀ ਇੱਕ ਸਿਫਤ ਇਹ ਵੀ ਬੜੀ ਆ ਕਿ ਉਸ ਦੇਸ਼ ਵਿੱਚ ਵਧੀਆ ਖਾਣਾ, ਵਧੀਆ ਵਾਤਾਵਰਨ, ਵਧੀਆ ਟੂਰਿਸਟ ਜਿਹੜਾ ਹੈਗਾ ਪਲੇਸਿਸ ਹੈਗੇ, ਚਾਹੇ ਤੁਸੀਂ ਸਮੁੰਦਰ ਤੇ ਚੱਲ ਜਾਓ, ਚਾਹੇ ਤੁਸੀਂ ਪਹਾੜਾਂ ਤੇ ਚੱਲ ਜਾਓ, ਤੇ ਚਾਹੇ ਤੁਸੀਂ ਇਤਿਹਾਸਕ ਦੇਖ ਲਓ। ਪਰ ਇੰਗਲੈਂਡ ਮੈਂ ਮੂਵ ਕਿਉਂ ਹੋਇਆ? ਇੰਗਲੈਂਡ ਲੋਕ ਤਾਂ ਬਹੁਤ ਗਏ ਪੰਜਾਬੀ ਸਾਡੇ, ਪਰ ਜੇ ਮੈਂ ਆਪਣੇ ਆਪ ਤੇ ਸੋਚਦਾ, ਮੈਂ ਇਹ ਸੋਚ ਕੇ ਮੂਵ ਹੋਇਆ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਾਉਣੀ ਆ। ਪੜ੍ਹਾਈ ਇਟਲੀ ਵਿੱਚ ਵੀ ਵਧੀਆ ਹੁੰਦੀ ਆ, ਪਰ ਕਿਤੇ ਨਾ ਕਿਤੇ ਇਹ ਸੀਗਾ ਕਿ ਇਟਾਲੀਅਨ ਦਾ ਉਨਾ ਸਕੋਪ ਨਹੀਂ ਹੈਗਾ। ਪਰ ਇੰਗਲੈਂਡ ਜਾ ਕੇ ਮੈਂ ਮਹਿਸੂਸ ਕੀਤਾ ਕਿ ਇਟਲੀ ਦੇ ਵਿੱਚ ਜੇਕਰ ਤੁਸੀਂ ਸ਼ਾਂਤੀਪੂਰਵਕ ਜ਼ਿੰਦਗੀ ਕੱਟਣੀ ਆ, ਇੰਗਲੈਂਡ ਨਾਲੋਂ ਇਟਲੀ ਜ਼ਿਆਦਾ ਵਧੀਆ ਮੁਲਕ ਹੈ। ਮੌਸਮ ਵਾਈਜ਼ ਵੀ ਇਟਲੀ ਇੰਗਲੈਂਡ ਨਾਲੋਂ ਜ਼ਿਆਦਾ ਵਧੀਆ ਮੁਲਕ ਹੈ। ਪੈਸੇ ਦੇ ਵਿੱਚ ਇਟਲੀ ਬੇਸ਼ੱਕ ਥੋੜਾ ਬਹੁਤਾ ਇੰਗਲੈਂਡ ਜਿੰਨਾ ਪੈਸਾ ਨਹੀਂ ਤੁਸੀਂ ਕਮਾ ਸਕਦੇ ਇਟਲੀ ਦੇ ਵਿੱਚ, ਪਰ ਇਹ ਗੱਲ ਸਾਫ਼ ਤੇ ਸਪਸ਼ਟ ਆ ਕਿ ਇੰਗਲੈਂਡ ਦੇ ਵਿੱਚ ਜਿਹੜੇ ਮੌਕੇ ਆ ਤੁਹਾਨੂੰ ਬਹੁਤ ਮਿਲਦੇ ਆ। ਮਸਲਨ ਜਿਸ ਤਰ੍ਹਾਂ ਤੁਸੀਂ ਜੇਕਰ ਪੜ੍ਹੇ ਲਿਖੇ ਆ, ਤੁਸੀਂ ਉਸੇ ਤਰ੍ਹਾਂ ਦੀ ਆਪਣੀ ਕੋਈ ਵੀ ਨੌਕਰੀ ਲੱਭ ਸਕਦੇ ਆ। ਤੁਹਾਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਤੁਸੀਂ ਸਿੱਖ ਆ, ਤੁਸੀਂ ਹਿੰਦੂ ਆ, ਤੁਸੀਂ ਮੁਸਲਮਾਨ ਆ। ਤੁਹਾਡਾ ਉੱਥੇ ਸਿਰਫ ਇੱਕ ਆਮ ਇਨਸਾਨ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਇਹਦੇ ਵਿੱਚ ਲੈਂਗੁਏਜ ਦਾ ਵੀ ਅਸਰ ਹੋ ਸਕਦਾ? ਲੈਂਗੁਏਜ ਦਾ ਅਸਰ ਵੀ ਬਹੁਤ ਵੱਡਾ, ਕਿਉਂਕਿ ਜਿਹੜੀ ਪੜ੍ਹਾਈ ਇੰਗਲਿਸ਼ ਆ ਉਹ ਆਪਣਾ ਫਲੋ ਜ਼ਿਆਦਾ, ਪਰ ਮੈਂ ਤਾਂ ਇਟਾਲੀਅਨ ਵੀ ਬਹੁਤ ਵਧੀਆ ਤਰੀਕੇ ਨਾਲ ਸਿੱਖੀ ਸੀ, ਬੋਲਣੀ ਵੀ, ਪੜ੍ਹਨੀ ਵੀ। ਲਿਖਣੀ ਮੈਂ ਘੱਟ ਜਾਣਦਾ, ਪਰ ਮੈਂ ਪੜ੍ਹਨੀ ਤੇ ਬੋਲਣੀ ਬਹੁਤ ਵਧੀਆ ਤਰੀਕੇ ਨਾਲ ਸਿੱਖੀ ਸੀ। ਦੂਸਰਾ, ਇੰਗਲੈਂਡ ਦੇ ਵਿੱਚ ਤੁਹਾਡੇ ਸਿਰ ਤੇ ਪੱਗ ਬੰਨੀ ਆ ਤਾਂ ਵੀ ਤੁਸੀਂ ਕੋਈ ਵੀ ਜੌਬ ਕਰ ਸਕਦੇ ਆ। ਇਟਲੀ ਦੇ ਵਿੱਚ ਕਿਤੇ ਨਾ ਕਿਤੇ ਅੜਚਨ ਆ ਜਾਂਦੀ, ਪਰ ਇੰਗਲੈਂਡ ਦੇ ਵਿੱਚ ਮੌਕੇ ਇੰਨੇ ਜ਼ਿਆਦਾ ਆ ਕਿ ਇੰਗਲੈਂਡ ਹਰ ਇੱਕ ਬੰਦੇ ਨੂੰ ਹਰ ਤਰ੍ਹਾਂ ਦੀ ਓਪਰਚੁਨਿਟੀ ਦੇਣ ਵਾਲਾ ਮੁਲਕ ਹੈ। ਪੈਸਾ ਜੇਕਰ ਤੁਸੀਂ ਕਮਾਉਣਾ ਤਾਂ ਤੁਹਾਨੂੰ ਉਹਨਾਂ ਦੀ ਦੌੜ ਵਿੱਚ ਸ਼ਾਮਲ, ਕਿਉਂਕਿ ਇੰਗਲੈਂਡ ਦੀ ਸ਼ਾਂਤੀ ਘੱਟ ਹੈ, ਮਾਨਸਿਕ ਸ਼ਾਂਤੀ ਦੀ ਗੱਲ ਕਰਦਾ। ਇਟਲੀ ਦੇ ਵਿੱਚ ਤੁਸੀਂ ਆਰਾਮ ਦੇ ਨਾਲ 8 ਘੰਟੇ ਜੌਬ ਕੀਤੀ, 2 ਦਿਨ ਤੁਸੀਂ ਛੁੱਟੀ ਤੇ ਸ਼ਨੀ ਐਤਵਾਰ। ਇੰਗਲੈਂਡ ਦੇ ਵਿੱਚ 7 ਦਿਨ ਕੰਮ। ਨਹੀਂ, ਫਿਰ ਇਹ ਜਿਹੜੀਆਂ ਤੁਸੀਂ ਜਿਹੜੀਆਂ ਗੱਲਾਂ ਹੁਣ ਕਈਆਂ ਦੱਸੀਆਂ ਮੁਸ਼ਕਲਾਂ ਬਾਰੇ ਤੇ ਵਾਧੇ ਬਾਰੇ, ਘਾਟੇ ਬਾਰੇ,
ਤੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਫਿਰ ਤੇਰਾ ਵਾਪਸ ਆਉਣ ਨੂੰ ਦਿਲ ਨਹੀਂ ਕਰਦਾ ਕਿ ਮੈਂ ਇਟਲੀ ਵਾਪਸ ਆ ਜਾ? ਦੇਖੋ ਵਿਸ਼ਾਲ ਜੀ, ਮੇਰੀ ਉਮਰ ਹੁਣ 47 ਸਾਲ ਹੋ ਚੱਲੀ ਲਗਭਗ। ਆ ਮੇਰਾ ਮਾਰਚ ਵਿੱਚ 2 ਮਾਰਚ ਨੂੰ ਜਨਮ ਦਿਨ ਸੀ। 46 ਸਾਲ ਪੂਰੇ ਕਰ ਲਏ। ਹੁਣ ਇੱਕ ਵਾਰੀ ਪੈਰ ਪੱਟਿਆ ਸੀ ਇੰਡੀਆ ਤੋਂ, ਉਦੋਂ ਤਾਂ ਬਿਲਕੁਲ ਮੈਂ ਜਵਾਨ ਸੀ, ਇਕੱਲਾ ਸੀ, ਕੁਆਰਾ ਸੀ। ਦੂਸਰਾ ਕਈ ਤਰ੍ਹਾਂ ਦੀਆਂ ਮਜਬੂਰੀਆਂ ਸੀ, ਮੈਂ ਜਾ ਕੇ ਐਡਜਸਟ ਕਰ ਲਿਆ। ਜਦੋਂ ਮੈਂ ਇਟਲੀ ਤੋਂ ਇੰਗਲੈਂਡ ਗਿਆ, ਉਦੋਂ ਜਾ ਕੇ ਮੈਂ ਬਹੁਤ ਆਪਣੇ ਆਪ ਦੇ ਵਿੱਚ ਸਫ਼ਰ ਕੀਤਾ। ਬੜੀਆਂ ਮੁਸ਼ਕਲਾਂ ਕੱਟੀਆਂ ਮੈਂ, ਭਾਵੇਂ ਮੇਰੇ ਕੋਲ ਪੂਰਾ ਸਟੇਟਸ ਸੀ ਰਹਿਣ ਦਾ, ਸਾਰਾ ਕੁਝ ਪੇਪਰ ਸੀ ਕੋਲ, ਲਾਇਸੈਂਸ, ਕਾਰ, ਇਹ ਸਭ ਕੁਝ ਸੀ, ਪੈਸਾ ਵੀ ਸੀ ਕੋਲ। ਪਰ ਦੁਬਾਰਾ ਜੇਕਰ ਮੈਂ ਵਾਪਸ ਇਟਲੀ ਆਉਣਾ ਤੇ ਮੈਂ ਸੋਚਦਾ ਕਿ ਮੈਨੂੰ ਫਿਰ ਦੁਬਾਰਾ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਕਰਨੀ ਪੈਣੀ ਹੈ। ਸੋ ਬੱਚਿਆਂ ਦੇ ਭਵਿੱਖ ਨੂੰ ਜਾਂ ਬੱਚਿਆਂ ਦੇ ਵਰਤਮਾਨ ਨੂੰ, ਆਪਣੇ ਵਰਤਮਾਨ ਨੂੰ ਮੈਂ ਦੇਖਦਿਆਂ ਇਹ ਅਸੀਂ ਮਹਿਸੂਸ ਕੀਤਾ ਤੇ ਫੈਸਲਾ ਕੀਤਾ ਮੈਂ ਤੇ ਆਪਣੇ ਪਰਿਵਾਰ ਦੇ ਨਾਲ ਕਿ ਜੇਕਰ ਆਪਾਂ ਹੁਣ ਫਿਰ ਵਾਪਸ ਚਲ ਗਏ, ਸਾਡੀ ਜੜ ਨਾ ਇੱਥੇ ਲੱਗਣੀ ਤੇ ਨਾ ਉੱਥੇ ਲੱਗਣੀ। ਬਲਵਿੰਦਰ ਜੀ, ਮੈਨੂੰ ਯਾਦ ਆ ਕਿ ਇਟਲੀ ਸਾਹਿਤ ਸੁਰ ਸੰਗਮ ਸਭਾ, ਇਟਲੀ ਤੁਸੀਂ ਉਹਦੇ ਪ੍ਰਧਾਨ ਜੇ। ਅੱਜ ਵੀ ਉਹ ਪਿਛਲੇ ਜਦੋਂ ਮੈਂ ਸੀਗਾ ਉੱਥੇ ਉਦੋਂ ਦੀ ਬਣੀ ਆ। ਨਹੀਂ, ਚਲੋ ਸਾਰੇ ਦੋਸਤਾਂ ਦੇ ਸਹਿਯੋਗ ਨਾਲ ਹੀ ਬਣੀ ਸੀ। ਤੁਸੀਂ ਅੱਜ ਵੀ ਉਹ ਸਰਗਰਮੀਆਂ ਦੇ ਵਿੱਚ ਸ਼ਾਮਲ ਜੇ। ਫਿਰ ਤੁਸੀਂ ਪਿੱਛੇ ਜੇ ਯੂਰਪੀਅਨ ਜਿਹੜੀ ਕਾਨਫਰੰਸ ਕਰਾਈ, ਯੂਰਪ ਦੇ ਦੇਸ਼ਾਂ ਦੇ ਲੇਖਕ ਉੱਤੇ, ਕੈਨੇਡਾ ਤੋਂ ਵੀ ਆਏ ਸੀਗੇ, ਸੁੱਖੀ ਬਾਟ ਹੋਣੀ, ਜਰਮਨ ਤੋਂ ਵੀ, ਫਰਾਂਸ ਤੋਂ ਵੀ, ਇੰਗਲੈਂਡ ਤੋਂ ਵੀ ਸਾਰੇ। ਤੇ ਹਾਂ, ਉਹਦੇ ਜਿਹੜੀ ਤੁਹਾਡੇ ਜਾਣ ਨਾਲ ਮਤਲਬ ਇਟਲੀ ਦੇ ਵਿੱਚ ਜਿਹੜੀਆਂ ਸਾਹਿਤ ਦੀਆਂ ਸਰਗਰਮੀਆਂ ਸੀ, ਕੋਈ ਫਰਕ ਪਿਆ ਕਿ ਉਦਾਂ ਹੀ ਆ ਮਤਲਬ ਚੱਲ ਰਿਹਾ ਸਾਰਾ ਕੁਝ? ਨਹੀਂ ਵਿਸ਼ਾਲ ਜੀ, ਉਹ ਸਰਗਰਮੀਆਂ ਅਸੀਂ ਉਸੇ ਤਰ੍ਹਾਂ ਜਾਰੀ ਰੱਖੀਆਂ ਹੋਈਆਂ ਹੁਣ ਤੱਕ। ਕੁਝ ਮੈਂਬਰ ਵਿੱਚ ਨਵੇਂ ਜੁੜ ਗਏ, ਕੁਝ ਨਿਕਲ ਗਏ। ਤੇ ਮੈਂ ਹੁਣ ਮੌਜੂਦਾ ਪ੍ਰਧਾਨ ਹੈ, ਪਰ ਭਾਵੇਂ ਕਿ ਮੈਂ ਇਟਲੀ ਵਿੱਚ ਨਹੀਂ ਰਹਿੰਦਾ, ਪਰ ਮੈਂ ਸਭਾ ਦੇ ਅੱਗੇ ਕਈ ਵਾਰੀ ਬੇਨਤੀ ਕਰ ਚੁੱਕਾ ਕਿ ਹੁਣ ਤੁਸੀਂ ਨਵਾਂ ਪ੍ਰਧਾਨ ਚੁਣੋ। ਪਰ ਉਹ ਜਿਹੜੀ ਸਾਡੀ ਸਾਰੀ ਕਮੇਟੀ ਆ ਉਹ ਮੈਨੂੰ ਨਹੀਂ ਛੱਡ ਰਹੀ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਮੇਰੇ ਖਿਆਲ ਕਿ ਤੁਹਾਨੂੰ ਹੁਣ ਅਸੀਂ ਸਾਹਿਤ ਸੰਗਮ ਸਭਾ ਇਟਲੀ ਦਾ ਨਵਾਂ ਪ੍ਰਧਾਨ ਦੇਵਾਂਗੇ। ਤੇ ਜਿਹੜੀਆਂ ਸਰਗਰਮੀਆਂ ਦੀ ਗੱਲ ਤੁਸੀਂ ਕਰਦੇ ਆ, ਸਰਗਰਮੀਆਂ ਅਸੀਂ ਲਗਾਤਾਰ ਜਾਰੀ ਰੱਖੀਆਂ ਹੋਈਆਂ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜੀਆਂ ਸਾਡੀਆਂ ਮੀਟਿੰਗਾਂ ਉੱਥੇ ਹੁੰਦੀਆਂ, ਮੈਂ ਇੰਗਲੈਂਡ ਤੋਂ ਵੀ ਫਲਾਈਟ ਲੈ ਕੇ ਚਲ ਜਾਂਦਾ। ਸਾਡੇ ਮੈਂਬਰ ਉੱਥੋਂ ਇੱਕ ਤਾਂ ਇਕੱਠੇ ਹੋ ਜਾਂਦੇ ਆ, ਮੈਂ ਇੰਗਲੈਂਡ ਤੋਂ ਚਲ ਜਾਂਦਾ। ਤੇ ਦੂਸਰਾ ਹੁਣ ਆ ਕੋਵਿਡ ਕਰਕੇ ਜਿਹੜਾ ਹੁਣ 2 ਸਾਲ ਇਸ ਤਰ੍ਹਾਂ ਲੰਘ ਗਏ, ਇਸ ਦੌਰਾਨ ਅਸੀਂ ਜ਼ਿਆਦਾ ਜਿਹੜਾ ਨੈਟਵਰਕ ਆਪਣਾ ਉਹ ਵੈਬੀਨਾਰ ਕਰਕੇ ਜਾਂ ਵੈਬ ਮੀਟਿੰਗਾਂ ਕਰਕੇ ਉਹਨੂੰ ਲਗਾਤਾਰ ਜਾਰੀ ਰੱਖਿਆ। ਤੇ ਖੁਸ਼ੀ ਦੀ ਗੱਲ ਇਹ ਆ ਕਿ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਹੁਣ ਅਗਲੇ ਮਹੀਨੇ ਦੇ ਵਿੱਚ 2 ਭਾਸ਼ੀ ਪ੍ਰੋਗਰਾਮ ਕਰਨ ਜਾ ਰਹੇ ਹਾਂ ਸਾਹਿਤ ਸੰਗਮ ਸਭਾ ਇਟਲੀ ਵੱਲੋਂ, ਇਟਾਲੀਅਨ ਤੇ ਪੰਜਾਬੀ। ਇਹਨਾਂ ਦੇ ਨਾਲ ਅਸੀਂ 2 ਭਾਸ਼ਾਵਾਂ ਦਾ ਪ੍ਰੋਗਰਾਮ ਕਰਾਂਗੇ ਤਾਂ ਕਿ ਜਿਹੜੀ ਸਾਡੀ ਪੰਜਾਬੀ ਬੋਲੀ ਦੀ ਸਾਂਝ ਸਾਡੇ ਆਉਣ ਵਾਲੀ ਜਿਹੜੀਆਂ ਸਾਡੀ ਪੀੜ੍ਹੀਆਂ, ਸਾਡੇ ਨੌਜਵਾਨ ਜਿਹੜੇ ਹੈਗੇ ਇਟਲੀ 'ਚ ਰਹਿੰਦੇ ਆ, ਉਹਨਾਂ ਦਾ ਜਿੱਥੇ ਇਟਾਲੀਅਨ ਸਿੱਖਦੇ ਆ ਉੱਥੇ ਨਾਲ ਦੀ ਨਾਲ ਉਹਨਾਂ ਦਾ ਪੰਜਾਬੀ ਦੇ ਨਾਲ ਵਾਹ ਵਾਸਤਾ ਵੀ ਪੈਂਦਾ ਰਹੇ। ਸੋ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੈਟਵਰਕ ਨੂੰ ਹੌਲੀ ਹੌਲੀ ਅਸੀਂ ਇਟਾਲੀਅਨ ਦੇ ਨਾਲ ਜਰਮਨ ਜਾਂ ਫ੍ਰੈਂਚ, ਇਹਨਾਂ ਭਾਸ਼ਾਵਾਂ ਨੂੰ ਵੀ ਜੋੜ ਕੇ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰੀਏ। ਨਹੀਂ, ਇਹ ਤਾਂ ਬਹੁਤ ਵੱਡਾ ਉਦਮ ਹੋਊਗਾ। ਅੱਛਾ, ਇੱਕ ਗੱਲ ਜਿਹੜੀ ਹੁਣ ਆਪਣੀ ਇਹ ਕਿਤਾਬ ਤੁਹਾਡੀ ਆਈ ਹੈ ਇਟਲੀ 'ਚ ਸਿੱਖ ਫੌਜੀ, ਜਿੱਦਾਂ ਤੁਸੀਂ ਕਿਹਾ ਵੀ ਇਹ 10% ਵੀ ਕੰਮ ਨਹੀਂ ਹੋਇਆ, ਹੈ ਨਾ? ਤੇ ਇਹਦੇ ਤੋਂ ਤੁਸੀਂ ਸੋਚ ਰਹੇ ਕਿ ਇਹਦੇ ਤੇ ਹੋਰ ਕੰਮ ਕੀਤਾ ਜਾਵੇ ਜਾਂ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਇੱਕ ਹੋਰ ਵੱਡਮੁੱਲੀ ਕਿਤਾਬ ਜਿਹੜੀ ਆ ਪੰਜਾਬੀਆਂ ਦੀ ਝੋਲੀ ਵਿੱਚ ਪਾਓਗੇ? ਮੈਂ ਹੁਣ ਅਸਲ ਦੇ ਵਿੱਚ ਇਸ ਕਿਤਾਬ ਦਾ ਪੰਜਾਬੀ ਤੋਂ ਅੰਗਰੇਜ਼ੀ ਵੀ ਹੋ ਗਿਆ, ਹਿੰਦੀ ਵੀ ਹੋ ਗਿਆ, ਤੇ ਇਟਾਲੀਅਨ ਦੇ ਉੱਤੇ ਆਲਰੇਡੀ ਕੰਮ ਚੱਲ ਰਿਹਾ। ਅੱਛਾ, ਠੀਕ ਹੈ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਤੇ ਇਸ ਦੇ ਨਾਲ ਅਸੀਂ ਜਿਹੜਾ ਮੈਂ ਅਗਲਾ ਇਸ ਕਿਤਾਬ ਦਾ ਪੰਜਾਬੀ ਦਾ ਐਡੀਸ਼ਨ ਕਰਨਾ, ਕਿਉਂਕਿ ਪੰਜਾਬੀ ਦੀਆਂ ਕਿਤਾਬਾਂ ਖਤਮ ਹੋ ਗਈਆਂ। 2 ਐਡੀਸ਼ਨ ਕੀਤੇ ਪੰਜਾਬੀ ਦੇ ਪਹਿਲਾਂ, ਮੁੱਕ ਗਿਆ। ਹੁਣ ਜਿਹੜਾ ਮੈਂ ਕਰ ਰਿਹਾ ਕੰਮ, ਉਹ ਸੋਚ ਰਿਹਾ ਕਿ ਕੁਝ ਬੰਦੇ ਮੈਨੂੰ ਹੋਰ ਨਵੇਂ ਮਿਲੇ, ਜਿਨ੍ਹਾਂ ਦੇ ਵਿੱਚ ਇੱਕ ਫੌਜੀ ਆ ਜਿਹੜਾ ਆਪਾਂ ਕਿਤਾਬ ਦੇ ਵਿੱਚ ਦੇਖਦੇ ਬ੍ਰੇਨ ਗਨ ਚਲਾ ਰਿਹਾ। ਇਹਦੇ ਮੁੰਡੇ ਦੇ ਨਾਲ ਮੇਰੀ ਗੱਲ ਹੋ ਗਈ, ਉਹਨੇ ਮੇਰਾ PTC TV ਦੇ ਉੱਤੇ ਦੇਖ ਕੇ ਕਿਤਾਬ ਦੇ ਜਿਹੜੀ ਡਾਕੂਮੈਂਟਰੀ ਮਨਦੀਪ ਖੁਰਮੀ ਨੇ ਲਾਈ ਸੀ, ਉਹਦੇ ਦੇਖ ਕੇ ਫਿਰ ਉਹਨੇ ਕਿਹਾ ਵੀ ਇਹ ਮੇਰੇ ਬਾਪੂ ਜੀ ਆ, ਤੇ ਹੈ ਵੀ ਕੁਦਰਤੀ ਮੇਰੇ ਲਾਗੇ ਪਿੰਡਾਂ ਤੋਂ, ਭੈਰੀਪੁਰ ਤੋਂ। ਹੁਣ ਇਹਨਾਂ ਦਾ ਵੀ ਆਰਟੀਕਲ ਲੱਗਣਾ ਵਿੱਚ, ਫਿਰ ਕੁਝ ਹੋਰ ਫੌਜੀ ਆ ਉਹਨਾਂ ਦਾ ਵੀ ਆਰਟੀਕਲ ਲੱਗਣਾ। ਇਸ ਕਰਕੇ ਕੁਝ ਨਵਾਂ ਉਸ ਅਗਲੇ ਐਡੀਸ਼ਨ ਦੇ ਵਿੱਚ ਐਡ ਕਰਕੇ
ਤੇ ਇੱਕ ਨਵੀਂ ਕਿਤਾਬ ਹੋਰ ਆਊਗੀ। ਤੇ ਇਹਦੇ ਨਾਲ ਜਿਹੜਾ ਮੇਰਾ ਨੈਕਸਟ ਪ੍ਰੋਜੈਕਟ ਆ ਉਹ ਜਿਹੜੇ ਯੂਰਪੀਅਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਕੰਮ ਕਰਦੇ ਸੀ, ਜਿਨ੍ਹਾਂ ਦੇ ਵਿੱਚ ਇਟਾਲੀਅਨ ਵੈਂਟੂਰਾ, ਫਿਰ ਫਰਾਂਸ ਦਾ ਸੀ ਅਲਾਰਡ, ਅਬੀਤਾਬੀਲੇ ਵੀ ਇਟਾਲੀਅਨ ਸੀ, ਉਹਨਾਂ ਦੀ ਮੈਂ ਇੱਕ ਕਿਤਾਬ ਤਿਆਰ ਕਰ ਰਿਹਾ। ਉਸ ਕਿਤਾਬ ਤੇ ਮੇਰਾ ਕੰਮ ਹੋ ਜਾਣਾ ਸੀ ਪੂਰਾ, ਪਰ ਕੋਵਿਡ ਕਰਕੇ ਮੈਂ ਉਹਨਾਂ ਜਰਨੈਲਾਂ ਦੇ ਪਰਿਵਾਰਾਂ ਨੂੰ ਨਹੀਂ ਮਿਲ ਸਕਿਆ। ਜਿਸ ਤਰ੍ਹਾਂ ਅਲਾਰਡ ਦਾ ਪੜਪੋਤਾ ਰਹਿੰਦਾ ਫਰਾਂਸ ਦੇ ਵਿੱਚ, ਹਾਂਜੀ ਹਾਂਜੀ, ਉਹਨੇ ਮਿਊਜ਼ੀਅਮ ਵੀ ਬਣਾਇਆ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸਟੈਚੂ ਵੀ ਲਾਇਆ ਹੋਇਆ। ਹੁਣ ਮੈਂ ਉਹਦੇ ਕੋਲ ਜਾਣਾ। ਫਿਰ ਇਟਲੀ ਦੇ ਵਿੱਚ ਵੈਂਤੂਰਾ ਦੇ ਉੱਤੇ ਇੱਕ ਕਿਤਾਬ ਲਿਖੀ ਆ, ਇਟਾਲੀਅਨ ਹਿਸਟੋਰੀਅਨ ਆ, ਲੇਡੀ ਬਜ਼ੁਰਗ ਹੋਈ ਆ, ਮਰੀਆ ਕਰਕੇ ਉਹਦਾ ਨਾਂ ਆ। ਮੈਂ ਉਹਦੇ ਨਾਲ, ਕਿਉਂਕਿ ਵੈਂਤੂਰਾ ਦਾ ਪਰਿਵਾਰ ਨਹੀਂ ਹੈਗਾ, ਉਹਦੇ ਨਾਲ ਇੰਟਰਵਿਊ ਕਰਕੇ ਵੈਂਤੂਰਾ ਦੇ ਮੈਂ ਪਿੰਡ ਅੱਗੇ ਜਾ ਚੁੱਕਾ ਇੱਕ ਵਾਰੀ, ਤੇ ਹੁਣ ਦੁਬਾਰਾ ਫਿਰ ਮੈਂ ਜਾਣਾ ਉਹਦੇ ਉੱਥੇ ਨੇਟਿਵ ਘਰ ਦੇ ਵਿੱਚ ਜਿੱਥੇ ਉਹ ਜੰਮਿਆ ਸੀ, ਉਸ ਪਿੰਡ ਦੇ ਵਿੱਚ ਹੀ ਮੈਂ ਸਾਰਾ ਉਹਦਾ ਜੋ ਹੈਗਾ ਕੋਸ਼ਿਸ਼ ਕਰੂੰਗਾ ਇੱਕ ਵਧੀਆ ਆਰਟੀਕਲ ਜਿੰਨਾ ਕੁ ਮੇਰੇ ਕੋਲ ਵਧੀਆ ਹੋ ਸਕੇ। ਇਸੇ ਤਰ੍ਹਾਂ ਬਾਕੀਆਂ ਦੇ ਨਾਲ ਵੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਦੇਖੋ ਕਦੋਂ ਸਿਰੇ ਚੜ੍ਹਦੇ। ਸਾਡੀ ਦੁਆ ਤੇ ਸ਼ੁਭ ਇਸ਼ਾਵਾਂ ਵੀ ਤੁਹਾਡੇ ਨਾਲ ਹੈ ਕਿ ਤੁਸੀਂ ਇਹ ਜਿਹੜੀ ਕਿਤਾਬ ਦਾ ਦੂਸਰਾ ਹਿੱਸਾ ਵਾ, ਦੂਸਰਾ ਪ੍ਰੋਜੈਕਟ ਆ, ਮਤਲਬ ਹੋਰ ਖੋਜ ਕਰਕੇ ਤੇ ਇੰਨਾ ਵੱਡੇ ਪੱਧਰ ਤੇ ਲੋਕਾਂ ਤੱਕ ਪਹੁੰਚਾਉਣਾ, ਜਾਣਕਾਰੀ ਭਰਪੂਰ ਕਿਤਾਬ ਦੇਣੀ, ਬਹੁਤ ਸਾਡੀ ਦੁਆ ਵਾ, ਇੱਛਾ ਕਿ ਜਲਦੀ ਜਲਦੀ ਇਹ ਸਾਰਾ ਕੁਝ ਆਵੇ ਤੇ ਸਾਡੇ ਜਾਣਕਾਰੀ ਵਿੱਚ ਵੀ ਵਾਧਾ ਹੋਵੇ। ਉੱਥੇ ਇੰਗਲੈਂਡ ਦੀਆਂ ਸਹਿਤ ਸੁਭਾਵਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇੰਗਲੈਂਡ ਦੇ ਵਿੱਚ ਸਹਿਤ ਸੁਭਾਵਾਂ, ਜਿੱਦਾਂ ਮੇਰਾ ਜ਼ਿਆਦਾ ਸੰਬੰਧ ਜਿਹੜੀ ਸਾਹਿਤ ਕਲਾ ਕੇਂਦਰ ਸਾਊਥ ਹਾਲ, ਉਹਨਾਂ ਦੇ ਮੈਂ ਲਗਭਗ ਆਮ ਹੀ ਪ੍ਰੋਗਰਾਮ ਅਟੈਂਡ ਕਰਦਾ ਰਹਿੰਦਾ, ਜਿਨ੍ਹਾਂ 'ਚ ਬੀਬੀ ਕੁਲਵੰਤ ਕੌਰ ਢਿੱਲੋਂ ਦੇ ਪ੍ਰਧਾਨ ਆ। ਬਾਕੀ ਪ੍ਰੋਗਰਾਮ ਮੈਂ ਕਾਫੀ ਦੇਖਦਾ ਰਹਿੰਦਾ, ਇੰਗਲੈਂਡ ਦੇ ਅਟੈਂਡ ਵੀ ਕਰੀਦੇ ਆ, ਜਿੱਦਾਂ ਡਾਕਟਰ ਕਰਨੈਲ ਸ਼ੇਰਗਿੱਲ ਜਿਹੜੇ ਅੱਖਰ ਦੇ ਸਰਪ੍ਰਸਤ ਆ, ਹਾਂਜੀ ਹਾਂਜੀ, ਉਹਨਾਂ ਦੀ ਵੀ ਕਿਤਾਬ ਦੇ ਰਿਲੀਜ਼ ਸਮਾਰੋਹ ਤੇ ਮੈਂ ਗਿਆ ਸੀ। ਤੇ ਕਾਫੀ ਕੁਝ ਹੈਗਾ ਇੰਗਲੈਂਡ ਦੇ ਵਿੱਚ, ਪਰ ਬਹੁਤੇ ਲੋਕ ਇਹ ਕਹਿੰਦੇ, ਮੈਂ ਸੁਣਿਆ ਕਿ ਇੰਗਲੈਂਡ ਦਾ ਕਦੇ ਜਿਹੜਾ ਪੰਜਾਬੀ ਸਾਹਿਤ ਦਾ ਸੂਰਜ ਸੀ ਉਹ ਐਨ ਦਗਦਾ ਸੀ ਪੂਰਾ, ਤੇ ਅੱਜ ਜਿਹੜਾ ਇੰਗਲੈਂਡ ਦਾ ਪੰਜਾਬੀ ਸਾਹਿਤ ਆ ਜਾਂ ਪੰਜਾਬੀ ਲੇਖਕ ਆ, ਉਹ ਪੰਜਾਬੀ ਲੇਖਕ ਭਾਈਚਾਰਾ ਕਾਫੀ ਹੱਦ ਤੱਕ ਸੁੰਗੜ ਕੇ ਬੈਠਾ। ਪਰ ਅਜੇ ਨਵੀਂ ਜਿਹੜੀ ਹੈਗੀ ਆ ਪਨੀਰੀ, ਉਹਦੇ 'ਚ ਇੰਗਲੈਂਡ ਦੇ ਵਿੱਚ ਸਾਹਿਤਕਾਰ ਕਾਫੀ ਘੱਟ ਦੇਖਣ ਨੂੰ ਮਿਲਦੇ ਆ। ਨਹੀਂ, ਇਹਦੇ ਕੀ ਕਾਰਨ ਤੁਸੀਂ ਮਿੱਥ ਦੇ ਜੇ? ਫਿਰ ਕਾਰਨ ਇਹੀ ਆ ਕਿ ਜਿਹੜੇ ਤਾਂ ਬੱਚੇ ਇੰਗਲੈਂਡ 'ਚ ਜੰਮਦੇ ਆ, ਉਹਨਾਂ ਦਾ ਪੰਜਾਬੀ ਦੇ ਨਾਲ ਕਹਿ ਲਓ ਲਿਖਣ ਦੇ ਵੱਲ ਤਾਂ ਧਿਆਨ ਹੀ ਨਹੀਂ ਹੈਗਾ, ਉਹ ਅੰਗਰੇਜ਼ੀ ਦੇ ਵਿੱਚ ਕੁਛ ਨਾ ਕੁਛ ਕਰਨਗੇ। ਇੱਕ ਰੂਪ ਢਿੱਲੋਂ ਹੀ ਆ ਜਿਹੜਾ ਇੰਗਲੈਂਡ ਦਾ ਬੋਰਨ ਪੰਜਾਬੀ 'ਚ ਲਿਖਦਾ, ਪਰ ਜ਼ਿਆਦਾ ਇਹੀ ਹੈ ਕਿ ਹੁਣ ਇੰਗਲੈਂਡ ਦੇ ਵਿੱਚ ਇਸ ਟਾਈਮ ਇੱਥੋਂ ਪੰਜਾਬ ਤੋਂ ਲੋਕ ਘੱਟ ਜਾ ਰਹੇ ਆ। ਜ਼ਿਆਦਾ ਜਿਹੜੇ ਲੋਕਾਂ ਦਾ ਰੁਝਾਨ ਆ ਜਾਂ ਆਸਟ੍ਰੇਲੀਆ ਤੇ ਜਾਂ ਹੈਗਾ ਕੈਨੇਡਾ। ਅੱਜ ਕੱਲ੍ਹ ਕੈਨੇਡਾ ਦੇ ਵਿੱਚ ਪੰਜਾਬੀ ਲੇਖਕਾਂ ਦੀ ਗਿਣਤੀ, ਨੌਜਵਾਨ ਲੇਖਕਾਂ ਦੀ ਗਿਣਤੀ ਬਹੁਤ ਵੱਧ ਰਹੀ ਆ, ਜੋ ਕਦੇ 70ਵਾਂ ਦੇ ਵਿੱਚ ਜਾਂ 80ਵੇਂ ਦੇ ਵਿੱਚ ਇੰਗਲੈਂਡ ਦੇ ਵਿੱਚ ਸੀ, ਉਹ ਅੱਜ ਕੈਨੇਡਾ 'ਚ ਆ। ਨਹੀਂ, ਫਿਰ ਤੁਸੀਂ ਮਤਲਬ ਜੇ ਆਪਾਂ ਇਹ ਕਹਿ ਲਈਏ ਕਿ ਆਉਣ ਵਾਲੇ 10-15 ਸਾਲਾਂ 'ਚ ਮਤਲਬ ਉੱਥੇ ਕੋਈ ਲੇਖਕ ਹੀ ਨਹੀਂ ਰਹਿ ਜਾਊਗਾ ਕੋਈ ਮਿਆਰੀ ਇੰਗਲੈਂਡ ਦੇ ਵਿੱਚ? ਨਹੀਂ, ਇਸ ਤਰ੍ਹਾਂ ਨਹੀਂ ਆਪਾਂ ਕਹਿ ਸਕਦੇ, ਕੁਛ ਨਾ ਕੁਛ ਲੇਖਕ ਤਾਂ ਹਮੇਸ਼ਾ ਹੀ ਰਹਿਣਗੇ, ਪਰ ਅੱਗੇ ਨਾਲੋਂ ਗਿਣਤੀ ਕਾਫੀ ਘਟ ਰਹੀ ਆ। ਇਹ ਤਾਂ ਮੈਂ ਕਈ ਵਾਰੀ ਉੱਥੇ ਜਦੋਂ ਕੋਈ ਪ੍ਰੋਗਰਾਮ ਹੁੰਦਾ, ਮੈਂ ਤਾਂ ਉੱਥੇ ਵੀ ਉਹਨਾਂ ਨਾਲ ਗੱਲ ਕਰਦਾ, ਮੈਂ ਸਟੇਜ ਤੋਂ ਗੱਲ ਕਹਿ ਦਿੰਦਾ ਹੁੰਦਾ ਕਿ ਆਪਾਂ ਆਪਣੇ ਪਰਿਵਾਰਾਂ ਨੂੰ ਜਿੰਨਾ ਚਿਰ ਨਹੀਂ ਜੋੜਦੇ, ਉਹਨਾਂ ਚਿਰ ਸਾਡੀ ਆ ਜਿਹੜੀ ਗਿਣਤੀ ਆ ਇੱਥੇ ਲੇਖਕਾਂ ਦੀ ਦਿਨ ਬ ਦਿਨ ਘਟਦੀ ਜਾਊ। ਇਹ ਵਿਸ਼ਾ ਬੜਾ ਗੰਭੀਰ ਵਿਸ਼ਾ ਜਿਹੜਾ ਹੁਣ ਤੁਸੀਂ ਸਵਾਲ ਉਠਾਇਆ ਕਿ 10-15 ਸਾਲਾਂ ਤੱਕ ਪੰਜਾਬੀ ਲੇਖਕ ਇੰਗਲੈਂਡ 'ਚ ਰਹਿਣਗੇ ਜਾਂ ਨਹੀਂ ਰਹਿਣਗੇ, ਕਹਿਣਾ ਉਹ ਤਾਂ ਬੜਾ ਮੁਸ਼ਕਿਲ ਹੈ। ਪਰ ਇਸ ਟਾਈਮ ਜੋ ਗ੍ਰਾਫ ਹੈ ਥੱਲੇ ਨੂੰ ਜਾ ਰਿਹਾ, ਇਹ ਸਾਡੇ ਵਾਸਤੇ ਗੰਭੀਰਤਾ ਦਾ ਵਿਸ਼ਾ ਤੇ ਇਹਨੂੰ ਸੋਚਣ ਦੀ ਲੋੜ ਹੈ। ਇੱਕ ਚੀਜ਼ ਹੋਰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਦੇਵਾਂ ਕਿ ਪੰਜਾਬੀ ਬੋਲੀ ਦੇ ਵਿੱਚ 2 ਲਿਪੀਆਂ ਆਪਣੇ ਕੋਲ, ਇੱਕ ਸ਼ਾਹਮੁਖੀ, ਇੱਕ ਗੁਰਮੁਖੀ। ਉੱਥੇ ਵੀ ਸਾਡੇ ਵਿੱਚ ਵਖਰੇਵਾਂ, ਤੇ ਕਦੇ ਨਾ ਦੇਖਣ ਨੂੰ ਇਹ ਆ ਰਿਹਾ ਕਿ ਹੁਣ ਬਹੁਤੇ ਲੋਕ ਪੰਜਾਬੀ ਲਿਪੀ ਨੂੰ ਵਰਤਣ ਦੀ ਥਾਂ ਦੇ ਉੱਤੇ ਰੋਮਨ ਲਿਪੀ ਯੂਜ਼ ਕਰਨ ਲੱਗ ਪਏ ਆ, ਜਿਹੜੀ ਅੰਗਰੇਜ਼ੀ ਦੇ ਵਿੱਚ ਹੀ ਗੱਲਬਾਤ ਲਿਖ ਦਿੰਦੇ ਮੈਸੇਜਾਂ ਦੇ ਵਿੱਚ, WhatsApp ਤੇ ਜਾਂ ਸੋਸ਼ਲ ਮੀਡੀਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪੰਜਾਬੀ ਲਿਪੀ ਦੇ ਪ੍ਰਤੀ ਵੀ ਚਿੰਤਤ ਹੋਣ ਦੀ ਲੋੜ ਹੈ ਹੁਣੇ ਤੋਂ, ਕਿਉਂਕਿ ਪਹਿਲਾਂ ਲਿਪੀ ਮਰਦੀ ਜਾ ਰਹੀ ਸਾਡੀ, ਜੇ ਲਿਪੀ ਮਰ ਗਈ ਤਾਂ ਇੱਕ ਦਿਨ ਫਿਰ ਬੋਲੀ ਵੀ ਮਰ ਜਾਣੀ ਆ। ਉਹ ਸਾਡੇ ਵਾਸਤੇ ਇੱਕ ਚਿੰਤਾ ਦਾ ਵਿਸ਼ਾ। ਇਹ ਤਾਂ ਦੇਖੋ ਬਲਵਿੰਦਰ ਜੀ, ਜਿੰਨਾ ਖਤਰਾ ਪੰਜਾਬੀ ਨੂੰ ਪੰਜਾਬੀ ਤੋਂ ਆਣਾ ਕਿਸੇ ਹੋਰ ਭਾਸ਼ਾ ਤੋਂ ਨਹੀਂ ਹੈਗਾ। ਬਿਲਕੁਲ। ਤੇ ਪੰਜਾਬੀ ਨੂੰ, ਭਾਸ਼ਾ ਨੂੰ, ਪੰਜਾਬੀ ਸਾਹਿਤ ਨੂੰ, ਪੰਜਾਬੀ ਬੋਲੀ ਨੂੰ, ਲਿਪੀ ਨੂੰ ਜੇ ਬਚਾ ਸਕਦਾ ਵਾ ਤੇ ਉਹ ਚੇਤਨ ਬੁੱਧੀ ਵਾਲਾ,
ਲੇਖਕ ਕਾਲਮ ਨਵੀਸ ਹੀ ਬਚਾ ਸਕਦਾ ਵਾ। ਇਹੀ ਸਾਨੂੰ ਇੰਗਲੈਂਡ ਦੇ ਵਿੱਚ ਪੈਦਾ ਕਰਨੇ ਪੈਣਗੇ। ਇਹ ਜਿੱਥੋਂ ਤੱਕ ਜੇ ਖਤਰਾ ਵੇਖੇ ਤੇ ਇਹ ਖਤਰਾ ਤੇ ਹਿੰਦੁਸਤਾਨ 'ਚ ਵੀ ਹੈਗਾ। ਹਾਂਜੀ, ਜੋ ਮਤਲਬ ਹਾਲਾਤ ਨੇ ਇੱਥੋਂ ਦੇ ਅੱਜ ਸਾਡੇ ਬੱਚਿਆਂ ਦੇ, ਜੇ ਬੱਚਿਆਂ ਦੀ ਗੱਲ ਹੀ ਆਈ ਆ ਤੇ ਮੇਰੇ ਮਨ 'ਚ ਇੱਕ ਸਵਾਲ ਵੀ ਆ ਗਿਆ ਕਿ ਤੁਸੀਂ ਦੋਨਾਂ ਜਗ੍ਹਾ ਤੇ ਤੁਹਾਡੇ ਬਹੁਤ ਤਜਰਬਾ ਵਾ। ਇਟਲੀ ਵਿੱਚ ਜਿਹੜੇ ਸਾਡੇ ਬੱਚੇ ਆ ਉਹ ਜਾਂ ਜਿਹੜਾ ਇੱਥੋਂ 7-8-10 ਸਾਲ ਦਾ ਬੱਚਾ ਗਿਆ ਜਾਂ ਜਿਹੜਾ ਉੱਥੇ ਬੋਰਨ ਆ, ਉਹਨਾਂ ਦਾ ਕੀ ਭਵਿੱਖ ਤੁਸੀਂ ਗਿਣਦੇ ਜੀ? ਉਹਨਾਂ ਦਾ ਭਵਿੱਖ ਇਸ ਟਾਈਮ ਬੜਾ ਅਜੀਬ ਜਿਹੇ ਮਾਹੌਲ ਦੇ ਵਿੱਚ ਬਣ ਰਿਹਾ, ਕਿਉਂਕਿ ਇਟਲੀ ਦੇ ਵਿੱਚ ਪੰਜਾਬੀ ਸਕੂਲ ਹੈ ਨਹੀਂ। ਮਾਪਿਆਂ ਨੇ ਆਪਣਾ ਕੰਮਕਾਰ ਕਰਨਾ। ਕਿੰਨੇ ਕੁ ਮਾਪੇ ਜਿਹੜੇ ਪੜ੍ਹੇ ਲਿਖੇ ਆ ਆਪਣੇ ਬੱਚਿਆਂ ਨੂੰ ਘਰੇ ਪੰਜਾਬੀ ਪੜ੍ਹਾ ਸਕਦੇ ਆ? ਕਿਤੇ ਨਾ ਕਿਤੇ ਕੁਝ ਗੁਰਦੁਆਰੇ ਜਿਹੜੇ ਆ ਉਹ ਭੂਮਿਕਾ ਨਿਭਾ ਰਹੇ ਆ, ਪਰ ਉਹ ਵੀ ਉਨੀ ਭੂਮਿਕਾ ਸਾਰਥਕ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ। ਕਿਉਂਕਿ ਗੁਰਦੁਆਰਿਆਂ ਦੇ ਵਿੱਚ ਵੀ ਉਹਨਾਂ ਦਾ ਇੱਕ ਧਿਆਨ ਇਹ ਆ ਕਿ ਕਿਸੇ ਨਾ ਕਿਸੇ ਬੀਬੀ ਨੂੰ ਜਾਂ ਕਿਸੇ, ਕਿਉਂਕਿ ਜ਼ਿਆਦਾ ਬੀਬੀਆਂ ਕੰਮ ਤੋਂ ਜਿਨ੍ਹਾਂ ਵਿਹਲੀਆਂ ਹੈਗੀਆਂ ਉਹੀ ਇਹ ਸੇਵਾ ਨਿਭਾ ਸਕਦੀਆਂ, ਪਰ ਉਹਨਾਂ ਦੇ ਵਿੱਚ ਵੀ ਕਿੰਨੀਆਂ ਕੁ ਬੀਬੀਆਂ ਭੈਣਾਂ ਸਾਡੀਆਂ ਜਿਹੜੀਆਂ ਪੜ੍ਹੀਆਂ ਹੋਈਆਂ, ਜਿਨ੍ਹਾਂ ਦਾ ਐਜੂਕੇਸ਼ਨ ਲੈਵਲ ਬਹੁਤ ਉੱਚਾ ਹੋਵੇ, ਸਿੱਖਿਆ ਦਾ ਪੱਧਰ ਉੱਚਾ ਹੋਵੇ। ਸੋ ਬੜਾ ਸੋਚਣ ਦੀ ਲੋੜ ਹੈ ਸਾਨੂੰ, ਕਈ ਕੁਛ ਕਰਨ ਦੀ ਲੋੜ ਹੈ। ਇਹ ਸਾਡੇ ਜਿੰਨਾ ਚਿਰ ਸਾਡੀਆਂ ਸੰਸਥਾਵਾਂ ਕੁਛ ਨਹੀਂ ਚੰਗਾ ਕਰਦੀਆਂ। ਇੰਗਲੈਂਡ ਦੇ ਵਿੱਚ ਹੁਣ ਕਾਫੀ ਗੁਰਦੁਆਰੇ ਜਿਹੜੇ ਪੰਜਾਬੀ ਪੜ੍ਹਾਉਂਦੇ ਆ, ਪਰ ਉਹਨਾਂ ਦਾ ਮੈਂ ਦੇਖਿਆ ਕਿ ਇੰਗਲੈਂਡ ਦੇ ਗੁਰਦੁਆਰਿਆਂ ਦਾ ਕੁਛ ਨਾ ਕੁਛ ਪੱਧਰ ਕਿਤੇ ਨਾ ਕਿਤੇ ਇਸ ਲੈਵਲ ਦਾ ਹੈਗਾ ਕਿ ਉਹ ਉੱਥੋਂ ਦਾ GCS ਲੈਵਲ ਆ ਉਹਨੂੰ ਪਾਸ ਕਰਵਾਉਣ ਦੇ ਸਮਰੱਥ ਹੈਗਾ। ਪਰ ਇਟਲੀ 'ਚ ਜੇ ਗੱਲਾਂ ਥੋੜ੍ਹੀਆਂ ਜਿਹੀਆਂ ਆਉਣ ਵਾਲੇ ਸਮੇਂ 'ਚ ਬਣਨਗੀਆਂ। ਅੱਛਾ ਚਲ ਸਾਹਿਬ, ਇੱਕ ਗੱਲ ਹੋਰ ਆ, ਮੈਂ ਕਿਉਂਕਿ ਇਹ ਗੱਲਾਂ ਕਰਨੀਆਂ ਵੀ ਬਹੁਤ ਜ਼ਰੂਰੀ ਆ, ਤੁਹਾਡੇ ਨਾਲ ਗੱਲਬਾਤ ਕਰਦੇ ਆ ਤਾਂ ਕਿ ਮਤਲਬ ਜਿਹੜੇ ਸਾਡੇ ਦੇਖਣ ਸੁਣਨ ਵਾਲੇ ਆ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਵੀ ਹੋਵੇ। ਤੁਸੀਂ ਇਸ ਵੇਲੇ ਇੰਗਲੈਂਡ ਦੇ ਵਿੱਚ ਰਹਿ ਰਹੇ ਚਾਹੇ ਇਟਲੀ 'ਚ ਰਹੇ ਆ, ਉੱਥੋਂ ਦਾ ਜਿਹੜਾ ਕਲਚਰ ਆ ਹੈ ਨਾ, ਤੁਸੀਂ ਮਤਲਬ ਉਸ ਕਲਚਰ 'ਚ ਰਹਿ ਰਹੇ ਜੀ, ਠੀਕ ਹੈ ਨਾ, ਤੁਸੀਂ ਖੁਦ ਮਤਲਬ ਜਵਾਨੀ 'ਚ ਉਸ ਕਲਚਰ 'ਚ ਇਟਲੀ 'ਚ ਪ੍ਰਵੇਸ਼ ਕੀਤਾ, ਠੀਕ ਹੈ ਨਾ, ਹੁਣ ਤੁਸੀਂ ਇੱਕ ਬਾਪ ਆ, ਠੀਕ ਹੈ ਨਾ। ਤੁਹਾਡੇ ਬੱਚਿਆਂ ਦੇ ਹਵਾਲੇ ਨਾਲ ਮੈਂ ਇੰਗਲੈਂਡ ਦੇ ਸਾਰੇ ਪੰਜਾਬੀ ਬੱਚਿਆਂ ਦੀ ਗੱਲ ਪੁੱਛਣੀ ਚਾਹੁੰਦਾ ਕਿ ਕਿੰਨਾ ਮੁਸ਼ਕਲਾਂ 'ਚੋਂ ਨਿਕਲਣਾ ਪੈਂਦਾ ਉਹ ਬੱਚਿਆਂ ਨੂੰ, ਤੁਹਾਨੂੰ ਕਿੱਦਾਂ ਐਡਜਸਟਮੈਂਟ ਹੋ ਰਹੀ ਹੈ ਸਾਰੀ ਕੁਝ? ਦੇਖੋ, ਬੱਚਿਆਂ ਦਾ ਜਿਹੜਾ ਇਹ ਵੀ ਬੜਾ ਇੱਕ ਗੰਭੀਰ ਵਿਸ਼ਾ ਹਰ ਇੱਕ ਮਾਪੇ ਵਾਸਤੇ, ਕਿਉਂਕਿ ਹਰ ਇੱਕ ਮਾਂ ਪਿਓ ਦੀ ਇਹ ਦਿਲੀ ਤਮੰਨਾ ਹੁੰਦੀ ਕਿ ਉਸਦਾ ਧੀ ਪੁੱਤ ਜ਼ਿਆਦਾ ਪੜ੍ਹੇ, ਜ਼ਿਆਦਾ ਸਲੱਗ ਹੋਵੇ, ਜ਼ਿਆਦਾ ਸਿਚਾਰਾ ਹੋਵੇ ਤੇ ਸਮਾਜ ਦੇ ਵਿੱਚ ਉਸਦੇ ਧੀ ਪੁੱਤ ਦੇ ਨਾਲ ਨਾਲ ਉਸਦਾ ਵੀ ਸਿਰ ਉੱਚਾ ਹੋਵੇ। ਤੇ ਕਿੰਨੇ ਕੁ ਜਿਹੜੇ ਬੱਚੇ ਆ ਉਹ ਮਾਪਿਆਂ ਦੀਆਂ ਆਸ਼ਾਵਾਂ ਤੇ ਪੂਰੇ ਉਤਰਦੇ ਆ। ਪਰ ਮੈਂ ਸੋਚਦਾ ਕਿ ਬੱਚੇ ਨੂੰ ਪੜ੍ਹਾਓ ਜ਼ਰੂਰ, ਲਿਖਾਓ ਜ਼ਰੂਰ, ਪਰ ਉਹਨੂੰ ਇਸ ਤੋਂ ਪਹਿਲਾਂ ਇੱਕ ਵਧੀਆ ਇਨਸਾਨ ਬਣਾਉਣ ਦੀਆਂ ਕਦਰਾਂ ਕੀਮਤਾਂ ਉਹਦੇ ਵਿੱਚ ਭਰੋ। ਤੇ ਉਸ ਦੇ ਨਾਲ ਨਾਲ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਇੱਕ ਮਾਂ ਪਿਓ ਦੀ ਕਿ ਬੱਚੇ ਦੇ ਨਾਲ ਤਾਲਮੇਲ ਹੋਵੇ, ਬੱਚੇ ਦੇ ਨਾਲ ਤੁਹਾਡੇ ਦੋਸਤਾਨਾ ਸੰਬੰਧ ਹੋਣ। ਬਾਕੀ ਬੱਚੇ ਨੇ ਕੱਲ ਨੂੰ ਜੀਵਨ ਸਾਥੀ ਕਿੱਦਾਂ ਦਾ ਚੁਣਨਾ ਉਹ ਉਹਦੇ ਤੇ ਨਿਰਭਰ ਕਰਦਾ, ਕਿਉਂਕਿ ਅੱਜ ਦਾ ਸਮਾਜ ਜਿਹੜਾ ਅਸੀਂ ਭਾਰਤ ਵਿੱਚ ਵੀ ਦੇਖਿਆ ਕਿ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਕਿ ਮਾਪਿਆਂ ਨੇ ਰਿਸ਼ਤਾ ਕਰ ਦਿੱਤਾ ਤੇ ਧੀ ਪੁੱਤ ਤੋੜ ਦਿੱਤਾ ਜਾਂ ਮੁੰਡਾ ਵਿਆਹ ਲਿਆ। ਉੱਥੇ ਵੀ ਇੰਗਲੈਂਡ ਦੇ ਵਿੱਚ ਅੱਜ ਕੱਲ੍ਹ ਮੁਸ਼ਕਲ ਹੈ ਵੱਡੀ ਮਾਪਿਆਂ ਦੀ ਕਿ 40-40 ਸਾਲ ਦੇ ਬੱਚੇ ਹੋ ਗਏ ਉਹ ਵਿਆਹ ਨਹੀਂ ਕਰਾ ਰਹੇ, ਤੇ ਮਾਪੇ ਇਸ ਗੱਲ ਨੂੰ ਦੱਸਦੇ ਆ ਕਿ ਕਦੋਂ ਹੀ ਇਹਨਾਂ ਦੇ ਵਿਆਹ ਹੋਣਗੇ। ਯਾਨੀ ਉਹਨਾਂ ਨੇ ਕਲਚਰ ਉੱਥੋਂ ਦਾ ਅਡਾਪਟ ਕਰ ਲਿਆ। ਇਹ ਨਾਰਮਲ ਗੱਲ ਆ, ਇਹ ਬਿਲਕੁਲ ਇੱਕ ਸੁਭਾਵਕ ਭਾਖਿਆ ਹੈ ਕਿ ਜਿੱਥੇ ਆਪਾਂ ਰਹਿਣਾ ਉੱਥੋਂ ਦੇ ਸੱਭਿਆਚਾਰ ਦੇ ਵਿੱਚ ਆਪਾਂ ਪਾਸੇ ਨਹੀਂ ਹੋ ਸਕਦੇ। ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ, ਇੱਥੇ ਅਸੀਂ ਚਾਹੁੰਦੇ ਆ ਸਾਡਾ ਆਮ ਜਿਹੜਾ ਸਾਰਾ ਭਾਈਚਾਰਾ, ਅਸੀਂ ਚਾਹੁੰਦੇ ਕਿ ਅਸੀਂ ਇੰਗਲੈਂਡ 'ਚ ਰਹੀਏ ਜਾਂ ਕਿਸੇ ਵੀ ਮੁਲਕ 'ਚ ਰਹੀਏ, ਉੱਥੋਂ ਦੇ ਡਾਲਰ ਪਾਉਂਡ ਸਾਨੂੰ ਪੂਰੇ ਮਿਲਣ, ਉੱਥੋਂ ਦੀਆਂ ਸਹੂਲਤਾਂ ਸਾਨੂੰ ਪੂਰੀਆਂ ਮਿਲਣ, ਪਰ ਸਾਡੇ ਬੱਚੇ ਉਹਨਾਂ ਵਰਗੇ ਨਾ ਹੋਣ। ਇਹ ਕਦੇ ਨਹੀਂ ਹੋ ਸਕਦਾ। ਬਿਲਕੁਲ, ਇਹ ਕਦੇ ਨਹੀਂ ਹੋ ਸਕਦਾ। ਜੇਕਰ ਅਸੀਂ ਉੱਥੇ ਰਹਿਣਾ, ਉਸ ਰਹਿਣੀ ਸਹਿਣੀ ਦੇ ਵਿੱਚ ਵਸਣਾ, ਤੇ ਸਾਡੇ ਬੱਚਿਆਂ ਨੇ ਉਹਨਾਂ ਵਰਗੇ ਕੁਦਰਤੀ ਹੋਣਾ, ਕਿਉਂਕਿ ਉਹਨਾਂ ਨੇ ਉਸ ਹਵਾ 'ਚ ਸਕੂਲ 'ਚ ਉੱਥੇ ਪੜ੍ਹਨਾ, ਕਾਲਜਾਂ 'ਚ ਉੱਥੇ ਪੜ੍ਹਨਾ, ਯੂਨੀਵਰਸਿਟੀ 'ਚ ਉੱਥੇ ਪੜ੍ਹਨਾ। ਸਾਨੂੰ ਕੀ ਲੋੜ ਆ, ਮੈਂ ਬਹੁਤ ਸਾਰੇ ਪਰਿਵਾਰਾਂ 'ਚ ਦੇਖਿਆ ਜਿਨ੍ਹਾਂ ਪਰਿਵਾਰਾਂ ਦਾ ਬੱਚਿਆਂ ਦੇ ਨਾਲ ਵਧੀਆ ਤਾਲਮੇਲ ਹੈਗਾ, ਬੱਚਿਆਂ ਦੇ ਨਾਲ ਵਧੀਆ ਸੰਬੰਧ ਆ, ਉਹਨਾਂ ਦੇ ਬੱਚੇ ਮਾਪਿਆਂ ਦੇ ਕਹਿਣੇ ਵੀ ਲੱਗਦੇ ਆ, ਤੇ ਉਹਨਾਂ ਦੇ ਬੱਚੇ ਚਾਹੇ ਉਹਨਾਂ ਨੇ ਇੰਟਰਕਾਸਟ ਵਿਆਹ ਕਰਾਏ ਹੋਣ ਤੇ ਚਾਹੇ ਉਹਨਾਂ ਨੇ ਇੰਟਰ ਕਮਿਊਨਿਟੀ ਵਿਆਹ ਕਰਾਏ ਹੋਣ, ਉਹ ਕਾਮਯਾਬ ਹੈ ਪੂਰੇ। ਨਾਲੇ ਇਹ ਵੀ ਗੱਲ ਆ ਚਾਲ ਸਾਹਿਬ ਕਿ ਜਿਹੜੇ ਸੰਸਕਾਰ ਆ ਹੁੰਦੇ ਤਾਂ ਘਰ ਤੋਂ ਹੀ ਸ਼ੁਰੂ ਆ। ਬਿਲਕੁਲ ਠੀਕ ਹੈ ਨਾ, ਉਹਦੇ ਤੋਂ ਬਾਅਦ ਦੂਜਾ ਘਰ ਬੱਚੇ ਦਾ ਉਹਦਾ ਐਟਮੋਸਫੇਅਰ ਬਣ ਜਾਂਦਾ। ਠੀਕ ਹੈ ਨਾ, ਤੇ ਉਹ ਕਿਸਮਤ ਵਾਲੀ ਗੱਲ ਕਿ ਬੱਚਾ ਕਿੰਨਾ ਕੁ ਵਿਗੜਦਾ ਵਾ ਤੇ ਕਿੰਨਾ ਕੁ ਸੁਧਰ ਰਹਿੰਦਾ, ਉਹ ਪਿਆ ਅੰਦਰ ਹੀ ਹੁੰਦਾ ਬੱਚੇ ਦੇ ਸਾਰਾ ਕੁਝ। ਅੱਛਾ ਚੱਲ ਸਾਹਿਬ, ਮਤਲਬ ਜਿੱਦਾਂ ਤੁਸੀਂ ਅਕਸਰ ਭਾਰਤ ਫੇਰਾ ਲਾਉਣੇ ਦਿੰਦੇ
ਕਦੀ ਤੁਹਾਡਾ ਵੀ ਇਦਾਂ ਦਾ ਕੀਤਾ ਕਿ ਸਾਰਾ ਕੁਝ ਛੱਡ ਕੇ ਬੱਚੇ ਸੈੱਟ ਕਰਕੇ ਵਾਪਸ ਆਪਣੇ ਪਿੰਡ ਦੀ ਮਿੱਟੀ 'ਚ ਆ ਜਾਈਏ, ਇੱਥੋਂ ਦੇ ਲੋਕਾਂ ਨਾਲ ਵਿਚਰੀਏ, ਸਾਰਾ ਕੁਝ? ਪਰ ਅੱਜ ਦੇ ਸਮੇਂ ਦੇ ਵਿੱਚ, ਮੈਂ ਅੱਜ ਦੀ ਤਰੀਕ ਦੇ ਵਿੱਚ ਮੈਂ ਉੱਥੇ ਹੀ ਆਪਣੇ ਆਪ ਨੂੰ ਸਮਰਪਿਤ ਹਾਂ, ਉੱਥੇ ਹੀ ਸੈੱਟ ਹਾਂ। ਇਹ ਮੇਰਾ ਦੇਸ਼ ਹੈ, ਮੇਰੀ ਜੰਮਣ ਭੋਏ ਆ, ਪਰ ਉਹ ਮੇਰੀ ਕਰਮ ਭੂਮੀ ਆ। ਤੇ ਇਟਲੀ ਨੇ ਮੈਨੂੰ ਬਹੁਤ ਕੁਝ ਦਿੱਤਾ, ਮੈਂ ਇਟਲੀ ਨੂੰ ਵੀ ਕਦੇ ਨਹੀਂ ਭੁੱਲ ਸਕਦਾ, ਕਦੇ ਮੈਂ ਮਾੜਾ ਨਹੀਂ ਕਹਿ ਸਕਦਾ। ਅੱਛਾ, ਇਹ ਬਲਵਿੰਦਰ ਸਿੰਘ ਚਾਹਲ ਸਮਾਜ ਵਿੱਚ ਆਪਣੇ ਆਪ ਨੂੰ ਕਿੱਥੇ ਕੁਰਾਕ ਕੇ ਵੇਖਦਾ? ਮੈਂ ਸਮਾਜ ਦੇ ਵਿੱਚ ਚਾਹੇ ਲੇਖਕ ਹਾਂ ਚਾਹੇ ਨਹੀਂ ਲੇਖਕ, ਸਮਾਜ ਦੇ ਵਿੱਚ ਮੈਂ ਇੱਕ ਆਮ ਸਧਾਰਨ ਨਾਗਰਿਕ ਦੇ ਤੌਰ ਤੇ ਵਿਚਰਦਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਸ ਕਰਕੇ ਮੈਂ ਇੱਕ ਸਧਾਰਨ ਇਨਸਾਨ ਦੇ ਤੌਰ ਦੇ ਉੱਤੇ ਸਮਾਜ 'ਚ ਵਿਚਰਨਾ ਪਸੰਦ ਕਰਦਾ। ਅੱਛਾ, ਅਜਿਹਾ ਪਲ ਜਿਹੜਾ ਜਿਹਨੂੰ ਯਾਦ ਕਰਕੇ ਬਹੁਤ ਉਦਾਸ ਹੋ ਜਾਂਦੇ ਹੋ? ਵਿਸ਼ਾਲ ਦੀ ਉਦਾਸ ਅਸਲ ਦੇ ਵਿੱਚ ਉਦਾਸੀ ਹੁਣ ਕਦੇ ਮੈਂ ਲਾਗੇ ਨਹੀਂ ਹੋਣ ਦਿੱਤੀ। ਕੋਈ ਖੁਸ਼ੀ? ਬਹੁਤਾ ਫਰਕ ਨਹੀਂ ਪੈਂਦਾ ਮੈਨੂੰ। ਜ਼ਿੰਦਗੀ ਦੇ ਵਿੱਚ ਬਹੁਤ ਕੁਛ ਨਾ ਹੰਢਾ ਲਿਆ, ਹੁਣ ਬਹੁਤਾ ਫਰਕ ਨਹੀਂ ਪੈਂਦਾ, ਚੰਗੇ ਦਾ ਵੀ ਤੇ ਮਾੜੇ ਦਾ ਵੀ। ਪਰ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਿਆ ਹੈਗਾ ਕਿ ਕੋਈ ਸਮਝੌਤਾ ਕਰਕੇ ਜੀਆ ਜਾਵੇ। ਸੋ ਗੱਲਬਾਤ ਕਰਦੇ ਆ, ਕੋਈ ਮੇਰੇ ਕੋਲ ਕੋਈ ਗੱਲ ਰਹਿ ਗਈ ਹੋਵੇ ਪੁੱਛਣ ਵਾਲੀ? ਨਹੀਂ, ਇਦਾਂ ਦਾ ਕੁਝ ਨਹੀਂ। ਤੁਸੀਂ ਤਾਂ ਬਹੁਤ ਵਿਸਥਾਰ ਦੇ ਨਾਲ ਕਿਉਂਕਿ ਤੁਹਾਡੇ ਕੋਲ ਲੰਬਾ ਤਜਰਬਾ, ਤੇ ਤੁਸੀਂ ਚੰਗੀ ਤਰ੍ਹਾਂ ਖੰਗਾਲ ਕੇ ਪੁੱਛਣ ਦੀਆਂ ਜਿਹੜਾ ਗੱਲਾਂ ਕੀਤੀਆਂ, ਮੈਨੂੰ ਬਹੁਤ ਵਧੀਆ ਲੱਗਾ ਵੈਸੇ। ਅੱਛਾ ਚਾਲ ਸਾਹਿਬ, ਆਪਾਂ ਤੁਹਾਡੇ ਬਾਰੇ ਜਾਣਿਆ ਪਿਛਲੇ 20-22 ਸਾਲ ਤੋਂ, 25 ਸਾਲ ਤੋਂ ਆਪਾਂ ਜੁੜੇ ਆ। ਅੱਜ ਮਤਲਬ ਇੰਨੀਆਂ ਨਿੱਠ ਕੇ ਗੱਲਾਂ ਕਰਨ ਦਾ ਪਹਿਲੀ ਵਾਰੀ ਮੌਕਾ ਮਿਲਿਆ। ਤੁਹਾਡਾ ਅਸੀਂ ਸਤਿਕਾਰ, ਸਹਿਤ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ 'ਚ ਆਏ, ਗੱਲਬਾਤ ਕੀਤੀ ਆਪਾਂ। ਵਿਸ਼ਾਲ ਜੀ, ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਅੰਬਰਾਂ ਦੇ ਸਰਨਾਮੇ ਪ੍ਰੋਗਰਾਮ ਦਾ ਹਿੱਸਾ ਬਣਾ, ਤੇ ਮੈਂ ਤੁਹਾਡੀ ਸਾਰੀ ਟੀਮ ਦਾ, ਮਨਦੀਪ ਜੀ ਦਾ, ਤੁਹਾਡਾ ਦਿਲੀ ਧੰਨਵਾਦੀ ਹਾਂ। ਇਹ ਦੋਸਤੋ, ਇਹ ਸਨ ਬਲਵਿੰਦਰ ਸਿੰਘ ਚਾਹਲ, ਜੋ ਯੂਕੇ ਤੋਂ ਇੱਕ ਬਹੁਤ ਮੇਰੇ ਪਿਆਰੇ ਦੋਸਤ ਸੀ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ। ਬਹੁਤ ਹੀ ਖੋਜ ਭਰਪੂਰ ਪੁਸਤਕ ਇਹਨਾਂ ਲਿਖੀ, ਇਟਲੀ 'ਚ ਸਿੱਖ ਫੌਜੀ। ਤੇ ਆਪਾਂ ਜਲਦੀ ਫਿਰ ਮਿਲਦੇ ਹਾਂ ਅਗਲੇ ਹਫਤੇ ਕਿਸੇ ਹੋਰ ਨਾਮਵਰ ਸ਼ਖਸੀਅਤ ਨਾਲ। ਤਦ ਤੱਕ ਲਈ ਇਜਾਜ਼ਤ।